ਗੌੜੀ ਬੈਰਾਗਣ ਗੌੜੀ ਮਾਝ ਉਸੇ ਤਰ੍ਹਾਂ ਰਾਮਕਲੀ ਦੱਖਣੀ ਇਸ ਦੀ ਜਾਤ ਹੈ। ਰਾਮਕਲੀ ਰਾਗ ਦੱਖਣੀ ਜਾਤ ਦੇ ਅੰਦਰ ਇਹ ਪਾਵਨ ਸ਼ਬਦ ਧੰਨ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਗਿਆ, ਜਿਸ ਦਾ ਪਾਠ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਇਸ ਪਾਵਨ ਸ਼ਬਦ ਦੀਆਂ ਰੌ ਵਾਲੀਆਂ ਤੁਕਾਂ ਤੋਂ ਅਰਥ ਪ੍ਰਾਰੰਭ ਕੀਤਿਆਂ ਗੁਰੂ ਜੀ ਕਿਰਪਾ ਕਰਨਗੇ, ਸਾਨੂੰ ਸੋਝੀ ਦੀ ਦਾਤ ਦੇਣਗੇ। ਰਾਉ ਵਾਲੀਆਂ ਤੁਕਾਂ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਜੀ ਦਰਜ ਕਰਦੇ ਹਨ, ਮੇਰਾ ਗੁਰ ਦਿਆਲ ਸਦਾ ਰੰਗ ਲੀਨਾ। ਮੇਰਾ ਗੁਰ ਦਿਆਲ, ਸਾਡਾ ਗੁਰੂ ਦਿਆਲੂ ਹੈ, ਸਾਡਾ ਗੁਰੂ ਕਿਰਪਾਲੂ ਹੈ। ਸਦਾ ਰੰਗ ਲੀਨਾ, ਰੰਗ ਲੀਨਾ ਦਾ ਅਰਥ ਹੈ ਪ੍ਰੇਮ ਦੇ ਵਿੱਚ ਲੀਨ ਰਹਿਣ ਵਾਲਾ। ਲੀਨਾ ਦਾ ਅਰਥ ਹੁੰਦਾ ਲੀਨ ਹੋਣਾ, ਜੋ ਉਸ ਪਰਮਾਤਮਾ ਪ੍ਰਭੂ ਦੇ ਪ੍ਰੇਮ ਦੇ ਵਿੱਚ ਸਦਾ ਲੀਨ ਰਹਿੰਦਾ ਹੈ। ਐਨਿਸ ਰਹੇ ਏਕ ਲਿਵ ਲਾਗੀ, ਮੇਰੇ ਗੁਰੂ ਦੀ ਦਿਨ ਤੇ ਰਾਤ ਉਸ ਪ੍ਰਭੂ ਪਰਮਾਤਮਾ ਦੇ ਨਾਲ ਪ੍ਰੀਤੀ ਬਣੀ ਰਹਿੰਦੀ ਹੈ। ਸਾਚੇ ਦੇਖ ਪਤੀਨਾ, ਗੁਰੂ ਦੀ ਰਹਿਮਤ ਕਿਰਪਾ ਦੇ ਨਾਲ ਉਸ ਸੱਚ ਸਰੂਪ ਦੇ ਦਰਸ਼ਨ ਕਰਕੇ ਸਾਡੇ ਅੰਦਰ ਵੀ ਯਕੀਨ ਆ ਗਿਆ। ਪਤੀਨਾ ਦਾ ਅਰਥ ਹੁੰਦਾ ਪਤੀਜ ਜਾਣਾ, ਯਕੀਨ ਆ ਜਾਣਾ, ਤਸੱਲੀ ਹੋ ਜਾਣੀ, ਭਰੋਸਾ ਵੱਜ ਜਾਣਾ। ਸਾਡਾ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ, ਧੰਨ ਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਹੈ। ਗੁਰਬਾਣੀ ਸਾਨੂੰ ਲੋਕ ਤੇ ਪਰਲੋਕ ਇਸ ਦਾ ਗਿਆਨ ਦਿੰਦੀ ਹੈ, ਇਸ ਦੀ ਸੋਝੀ ਦਿੰਦੀ ਹੈ। ਲੋਕ ਜੋ ਵੀ ਇਹਨਾਂ ਅੱਖਾਂ ਦੇ ਨਾਲ ਅਸੀਂ ਵੇਖਦੇ ਹਾਂ ਜਾਂ ਵੇਖ ਸਕਦੇ ਹਾਂ, ਇਹ ਸਾਰਾ ਹੀ ਬ੍ਰਹਿਮੰਡ ਹੈ, ਇਹ ਲੋਕ ਹੈ ਜਿਸ ਨੂੰ ਅਸੀਂ ਇਹਨਾਂ ਅੱਖਾਂ ਦੇ ਨਾਲ ਵੇਖ ਸਕਦੇ ਹਾਂ, ਕੰਨਾਂ ਦੇ ਨਾਲ ਸੁਣ ਕੇ ਸਮਝ ਸਕਦੇ ਹਾਂ। ਜੋ ਸਾਡੀ ਮਤ ਅਕਲ ਦੇ ਅਨੁਸਾਰ ਇੱਥੇ ਵਿਚਰਦਿਆਂ ਹੋਇਆਂ ਸਾਨੂੰ ਸਮਝ ਆਉਂਦੀ ਹੈ, ਇਹ ਸਾਰਾ ਕੁਝ ਹੀ ਲੋਕ ਹੈ। ਪਰਲੋਕ ਦਾ ਅਰਥ ਹੈ ਇਸ ਤੋਂ ਪਰੇ ਦੀ ਦੁਨੀਆ, ਜਿਹਨੂੰ ਇਹਨਾਂ ਅੱਖਾਂ ਨਾਲ ਵੇਖਿਆ ਨਹੀਂ ਜਾ ਸਕਦਾ, ਇਹਨਾਂ ਕੰਨਾਂ ਨਾਲ ਸੁਣਿਆ ਨਹੀਂ ਜਾ ਸਕਦਾ, ਇਸ ਬੁੱਧੀ ਦੇ ਨਾਲ ਸਮਝਿਆ ਨਹੀਂ ਜਾ ਸਕਦਾ, ਉਸ ਨੂੰ ਪਰਲੋਕ ਆਖਿਆ ਜਾਂਦਾ ਹੈ। ਇਸ ਦਾ ਸਬੂਤ ਧੰਨ ਗੁਰਬਾਣੀ ਦੇ ਅੰਦਰ ਸਾਨੂੰ ਪ੍ਰਾਪਤ ਹੁੰਦਾ ਹੈ। ਧੰਨ ਗੁਰੂ ਅੰਗਦ ਦੇਵ ਜੀ ਦਾ ਸ਼ਲੋਕ ਹੈ, ਅੱਖੀ ਬਾਝੋ ਵੇਖਣਾ ਬਿਨ ਕੰਨਾ ਸੁਣਨਾ। ਇਹ ਹੁਣ ਪਰਲੋਕ ਦੀ ਗੱਲ ਹੈ। ਪਾਵਨ ਸ਼ਬਦ ਧੰਨ ਗੁਰੂ ਅੰਗਦ ਦੇਵ ਜੀ ਦਾ ਹੈ ਤੇ ਗੁਰੂ ਅੰਗਦ ਦੇਵ ਜੀ ਦੱਸਦੇ ਨੇ, ਅੱਖੀ ਬਾਝੋ ਵੇਖਣਾ ਬਿਨ ਕੰਨਾ ਸੁਣਨਾ। ਇਹ ਜਿਹੜਾ ਪਰਲੋਕ ਹੈ ਇਹਨਾਂ ਅੱਖਾਂ ਨਾਲ ਨਹੀਂ ਵੇਖਿਆ ਜਾ ਸਕਦਾ, ਤੇ ਉੱਥੋਂ ਦੀਆਂ ਜਿਹੜੀਆਂ ਵਿਚਾਰਾਂ ਨੇ, ਗਿਆਨ ਸੋਝੀਏ, ਉਹਨੂੰ ਇਹਨਾਂ ਕੰਨਾਂ ਦੇ ਨਾਲ ਸੁਣਿਆ ਵੀ ਨਹੀਂ ਜਾ ਸਕਦਾ। ਅਗਲੀ ਤੁਕ ਦੇ ਵਿੱਚ ਗੁਰੂ ਮਹਾਰਾਜ ਜੀ ਫਿਰ ਦੱਸਦੇ ਨੇ ਵੀ ਕਿਤੇ ਸਾਡੇ ਇਹ ਨਾ ਖਿਆਲ ਬਣਾਇਆ ਹੋਵੇ ਵੀ ਅਸੀਂ ਹੱਥਾਂ ਨਾਲ ਕੁਝ ਕਰਕੇ ਤੇ ਪੈਰਾਂ ਨਾਲ ਤੁਰ ਕੇ ਉੱਥੇ ਚਲੇ ਜਾਵਾਂਗੇ। ਗੁਰੂ ਜੀ ਕਹਿੰਦੇ ਨੇ ਨਹੀਂ, ਪੈਰਾਂ ਬਾਝੋਂ ਚੱਲਣਾ ਬਿਨ ਹੱਥਾਂ ਕਰਨਾ। ਉੱਥੇ ਪੈਰਾਂ ਨਾਲ ਤੁਰ ਕੇ ਨਹੀਂ ਜਾਇਆ ਜਾ ਸਕੇਗਾ। ਪੈਰਾਂ ਬਾਝੋਂ ਚੱਲਣਾ, ਉੱਥੇ ਜਾਣਾ ਹੈ ਨਾ ਜਿਹੜਾ, ਉਹ ਇਹਨਾਂ ਪੈਰਾਂ ਤੋਂ ਬਿਨਾਂ ਜਾਇਆ ਜਾਏਗਾ। ਬਿਨ ਹੱਥਾਂ ਕਰਨਾ, ਤੇ ਇਹਨਾਂ ਹੱਥਾਂ ਤੋਂ ਬਿਨਾਂ ਜੋ ਕੁਝ ਵੀ ਹੈ ਉੱਥੇ ਕੀਤਾ ਜਾਏਗਾ। ਫਿਰ ਸਾਡਾ ਖਿਆਲ ਹੋਏਗਾ ਸ਼ਾਇਦ ਇਸ ਜ਼ੁਬਾਨ ਦੇ ਨਾਲ ਬੋਲ ਕੇ ਕਿਸੇ ਨੂੰ ਆਵਾਜ਼ ਮਾਰ ਕੇ ਉੱਥੇ ਪਹੁੰਚਿਆ ਜਾ ਸਕੇਗਾ। ਗੁਰਬਾਣੀ ਕਹਿੰਦੀ ਹੈ ਨਹੀਂ, ਜੀਭੇ ਬਾਝੋਂ ਬੋਲਣਾ, ਇਸ ਜ਼ੁਬਾਨ ਤੋਂ ਬਿਨਾਂ ਬੋਲਣਾ ਹੈ। ਇਹੋ ਜੀਵਤ ਮਰਨਾ। ਜਿਵੇਂ ਕੋਈ ਮਨੁੱਖ ਮਰ ਜਾਂਦਾ ਤੇ ਉੱਥੇ ਜਾਂਦਾ ਹੈ ਨਾ, ਉਸ ਨੂੰ ਜਿਉਂਦੇ ਜੀ ਵੇਖ ਲੈਣਾ, ਇਸ ਦਾ ਅਰਥ ਹੈ ਇਹੋ ਜੀਵਤ ਮਰਨਾ। ਉਹ ਮਰੀ ਹੋਈ ਜਿਹੜੀ ਰੂਹ ਹੈ ਸਾਡੀ, ਜੋ ਉੱਥੇ ਸਰੀਰ ਨੂੰ ਮਾਰ ਕੇ ਅਸੀਂ ਪਹੁੰਚਦੇ ਹਾਂ ਲੇਖਾ ਜੋਖਾ ਕਰਾਉਣ ਦੇ ਲਈ, ਜਿਉਂਦੇ ਜੀ ਉਸ ਅਵਸਥਾ ਦੀ ਪ੍ਰਾਪਤੀ ਕਰ ਲੈਣੀ। ਇਹਨੂੰ ਗੁਰਬਾਣੀ ਦੇ ਅੰਦਰ ਆਖਿਆ ਜੀਵਤ ਮਰਨਾ।
ਫਿਰ ਗੁਰੂ ਜੀ ਰਹਿਮਤ ਕਰਦੇ ਨੇ, ਨਾਨਕ ਹੁਕਮ ਪਛਾਣ ਕੈ ਤਉ ਖਸਮੇ ਮਿਲਣਾ। ਜੇ ਅਸੀਂ ਗੁਰੂ ਦੇ ਹੁਕਮ ਦੀ ਪਛਾਣ ਕਰਾਂਗੇ ਤੇ ਫਿਰ ਉਸ ਪ੍ਰਭੂ ਪਰਮਾਤਮਾ ਨੂੰ ਅਸੀਂ ਜਾ ਕੇ ਮਿਲਾਂਗੇ। ਹੁਣ ਗੁਰਬਾਣੀ ਸਾਨੂੰ ਅਧੂਰਾ ਨਹੀਂ ਛੱਡਦੀ, ਫਿਰ ਉਹ ਸਾਨੂੰ ਸਾਧਨ ਦੱਸਦੀ ਏ ਵੀ ਜਦੋਂ ਅਸੀਂ ਇਹਨਾਂ ਅੱਖਾਂ ਨਾਲ ਵੇਖ ਨਹੀਂ ਸਕਦੇ, ਕੰਨਾਂ ਨਾਲ ਸੁਣ ਨਹੀਂ ਸਕਦੇ, ਜ਼ੁਬਾਨ ਨਾਲ ਬੋਲ ਨਹੀਂ ਸਕਦੇ, ਪੈਰਾਂ ਨਾਲ ਤੁਰ ਕੇ ਨਹੀਂ ਜਾ ਸਕਦੇ, ਹੱਥਾਂ ਨਾਲ ਕੁਝ ਕਰ ਨਹੀਂ ਸਕਦੇ, ਤੇ ਫਿਰ ਗੁਰੂ ਜੀ ਕਿਰਪਾ ਕਰੋ ਉਸ ਪਰਲੋਕ ਦੀ ਸਾਨੂੰ ਸੋਝੀ ਕਿਵੇਂ ਆਵੇ। ਧੰਨ ਗੁਰੂ ਜੀ ਦੱਸਦੇ ਨੇ, ਸਤਿਗੁਰ ਮਿਲਿਐ ਧਾਵਤ ਥੰਮਿਆ, ਨਿਜ ਕਰ ਵਸਿਆ ਆਏ। ਸਤਿਗੁਰ ਮਿਲਿਆ, ਪਹਿਲੋਂ ਸੱਚੇ ਸਤਿਗੁਰ ਦੀ ਪ੍ਰਾਪਤੀ ਵਾਲੇ ਹੋਣਾ ਹੈ। ਧਾਵਤ ਥੰਮਿਆ, ਤੇ ਫਿਰ ਮਨ ਦੀ ਜਿਹੜੀ ਧਾਮਣੀ ਹੈ ਇਸ ਨੇ ਰੁਕ ਜਾਣਾ ਹੈ। ਨਿਜ ਕਰ ਵਸਿਆ ਆਏ, ਤੇ ਫਿਰ ਉੱਥੇ ਜਾ ਕੇ ਸਾਡਾ ਵਾਸਾ ਹੋ ਜਾਂਦਾ ਹੈ, ਉਹਨੂੰ ਨਿਜ ਕਰ ਆਖਿਆ। ਹੁਣ ਆਪਾਂ ਸਮਝਣਾ ਹੈ ਵੀ ਮਨ ਦੀ ਧਾਮਣੀ ਕੀ ਹੈ, ਮਨ ਧਾਮਦਾ ਕਿਵੇਂ ਹੈ। ਇੱਕ ਬਰਤਨ ਲੈ ਲਓ, ਭਾਵੇਂ ਪਿੱਤਲ ਦਾ ਹੋਵੇ, ਭਾਵੇਂ ਸਟੀਲ ਦਾ ਹੋਵੇ, ਭਾਵੇਂ ਲੋਹੇ ਦਾ ਹੋਵੇ। ਲੋਹੇ ਦਾ ਕੋਲਾ ਹੋਵੇ ਤੇ ਜ਼ਿਆਦਾ ਸਮਝ ਆਏਗੀ। ਇਹਨੂੰ ਇੱਕ ਲੱਕੜ ਦੇ ਮੇਜ਼ ਦੇ ਉੱਤੇ ਰੱਖ ਲਵੋ, ਇੱਕ ਚਮਚ ਲੈ ਕੇ ਇਹਦੇ ਕੰਢੇ ਤੇ ਜ਼ੋਰ ਦੇ ਨਾਲ ਚਮਚ ਨੂੰ ਮਾਰੋ, ਇਹਦੇ ਵਿੱਚੋਂ ਆਵਾਜ਼ ਨਿਕਲੇਗੀ। ਇਹ ਹੁਣ ਆਵਾਜ਼ ਕਿਵੇਂ ਨਿਕਲੀ ਏ, ਇਹਦੇ ਤੇ ਟੱਕਰ ਵੱਜੀਏ, ਚਮਚ ਦੀ ਠੋਕਰ ਵੱਜੀਏ ਤੇ ਆਵਾਜ਼ ਨਿਕਲੀ ਏ। ਇਹ ਜਿਹੜੀ ਆਵਾਜ਼ ਨਿਕਲਦੀ ਏ ਇਹਨੂੰ ਧਵਨੀ ਆਖਿਆ ਜਾਂਦਾ ਹੈ। ਇਹ ਹਿੰਦੀ ਦਾ ਸ਼ਬਦ ਹੈ, ਧਾਵਤ ਵੀ ਹਿੰਦੀ ਦਾ ਸ਼ਬਦ ਹੈ ਤੇ ਧਵਨੀ ਵੀ ਹਿੰਦੀ ਦਾ ਸ਼ਬਦ ਹੈ। ਪੰਜਾਬੀ ਦਾ ਸ਼ਬਦ ਹੈ ਆਵਾਜ਼, ਹਿੰਦੀ 'ਚ ਆਖ ਦਿੰਦੇ ਨੇ ਧਵਨੀ, ਪੰਜਾਬੀ 'ਚ ਅਸੀਂ ਆਵਾਜ਼ ਆਖਦੇ ਹਾਂ, ਤੇ ਅੰਗਰੇਜ਼ੀ 'ਚ ਇਹਨੂੰ ਵਾਇਸ ਕਹਿੰਦੇ ਨੇ। ਅੰਗਰੇਜ਼ੀ ਦੇ ਵਿੱਚ ਦੋ ਸ਼ਬਦ ਆਉਂਦੇ ਨੇ, ਇੱਕ ਵਾਇਸ, ਇੱਕ ਨੋਇਸ। ਜਿਹੜਾ ਦੂਜਿਆਂ ਦਾ ਸ਼ੋਰ ਹੋਵੇ ਉਹਨੂੰ ਨੋਇਜ਼ ਆਖਦੇ ਨੇ, ਜਿਹੜੀ ਆਪਣੀ ਆਵਾਜ਼ ਹੋਵੇ ਉਹਨੂੰ ਵੋਇਸ ਆਖਦੇ ਨੇ, VOICI। ਇਹ ਵਾਇਸ ਤੇ ਨੋਇਜ਼, ਮੈਂ ਉਧਰ ਨਾ ਜਾਵਾਂ। ਧਾਵਤ, ਇਹ ਧਾਮਣੀ ਕੀ ਏ, ਆਵਾਜ਼ ਕੀ ਏ। ਗੁਰੂ ਮਹਾਰਾਜ ਜੀ ਸਾਨੂੰ ਹੁਣ ਗੁਰਬਾਣੀ ਦੱਸਦੀ ਏ ਕਿ ਜਦੋਂ ਸਾਡੀਆਂ ਅੱਖਾਂ ਕੁਝ ਵੇਖਦੀਆਂ ਨੇ ਨਾ, ਉਹ ਫਿਰ ਸਾਡੇ ਮਨ ਦੇ ਉੱਤੇ ਜਾ ਕੇ ਠੋਕਰ ਵੱਜਦੀ ਹੈ ਤੇ ਮਨ ਦੇ ਵਿੱਚੋਂ ਆਵਾਜ਼ ਨਿਕਲਦੀ ਹੈ। ਅੱਖਾਂ ਨੇ ਕੁਝ ਵੇਖਿਆ, ਉਹਦਾ ਅਸਰ ਮਨ ਦੇ ਉੱਤੇ ਹੋਇਆ ਹੈ, ਮਨ ਦੇ ਵਿੱਚੋਂ ਆਵਾਜ਼ ਨਿਕਲੀ ਹੈ, ਇਹਨੂੰ ਧਾਵਤ ਆਖਿਆ ਹੈ। ਆਵਾਜ਼ ਕੱਢਣ ਵਾਲਾ ਜਿਹੜਾ ਹੈ ਇਹ ਮਨ ਹੈ। ਮਨ ਨਹੀਂ ਦਿਸਦਾ, ਪਰ ਮਨ ਦੇ ਵਿੱਚੋਂ ਨਿਕਲੀ ਹੋਈ ਜਿਹੜੀ ਆਵਾਜ਼ ਹੈ ਇਹ ਸਾਨੂੰ ਸੁਣ ਰਹੀ ਹੈ। ਮੈਂ ਇੱਕ ਉਦਾਹਰਨ ਦੇ ਨਾਲ ਸਮਝਾਵਾਂ, ਸ਼ਾਇਦ ਜ਼ਿਆਦਾ ਸਮਝ ਆ ਜਾਵੇ। ਇੱਕ ਗੁਰਮੁਖ ਪਿਆਰਾ ਹੈ, ਉਹ ਕਿਤੇ ਜਾ ਰਿਹਾ ਹੈ, ਉਹਨੇ ਵੇਖਿਆ ਵੀ ਅੱਗੋਂ ਕੋਈ ਹੋਰ ਗੁਰਮੁਖ ਪਿਆਰਾ ਹੈ, ਉਹਦੇ ਕੋਲ ਬੜੀ ਸੋਹਣੀ ਗੱਡੀ ਹੈ, ਤੇ ਗੱਡੀ ਦੇ ਵਿੱਚ ਬੜੀ ਮੌਜ ਦੇ ਨਾਲ ਉਹ ਵੀ ਉੱਥੇ ਪਹੁੰਚਿਆ ਜਿੱਥੇ ਉਹਨੇ ਪਹੁੰਚਣਾ ਸੀ। ਇਹ ਉਸ ਦੀ ਗੱਡੀ ਵੇਖ ਕੇ ਵੇਖਿਆ ਕਿੰਨੀਆਂ ਅੱਖਾਂ ਨੇ, ਅਸਰ ਕਿੰਦੇ ਤੇ ਹੋਇਆ, ਮਨ ਤੇ। ਹੁਣ ਉਹ ਵੇਖਣ ਦਾ ਜਿਹੜਾ ਹੈ ਨਾ, ਉਹਦਾ ਮਨ ਤੇ ਜੋ ਅਸਰ ਹੋਇਆ, ਤੇ ਹੁਣ ਮਨ ਦੇ ਵਿੱਚੋਂ ਆਵਾਜ਼ ਨਿਕਲੀ ਹੈ ਵੀ ਇਸ ਤਰ੍ਹਾਂ ਦੀ ਗੱਡੀ ਮੇਰੇ ਕੋਲ ਵੀ ਹੋਵੇ। ਇਹ ਮਨ ਦੀ ਧਾਮਣੀ ਜੇ, ਇਹਨੂੰ ਧਾਵਤ ਆਖੇ। ਇਹ ਮਨ ਦੀ ਆਵਾਜ਼ ਹੈ, ਇਹ ਸਾਡੀ ਜ਼ੁਬਾਨ ਦੀ ਆਵਾਜ਼ ਨਹੀਂ ਹੈਗੀ। ਇਹ ਜਿਹੜੀ ਆਵਾਜ਼ ਹੈ ਨਾ, ਇਹ ਮਨ ਦੀ ਆਵਾਜ਼ ਹੈ। ਮਨ ਨੂੰ ਅੱਖਾਂ ਦੁਆਰਾ ਪ੍ਰੇਰਨਾ ਮਿਲੀ ਹੈ। ਇਸੇ ਤਰ੍ਹਾਂ ਕੰਨਾਂ ਦੇ ਨਾਲ ਜਦੋਂ ਕੁਝ ਸੁਣਦਾ ਹੈ, ਉਹਦਾ ਵੀ ਮਨ ਤੇ ਅਸਰ ਹੁੰਦਾ ਹੈ। ਦਾਸ ਨੇ ਇੱਕ ਦਿਨ ਥੋੜੀ ਜਿਹੀ ਖੇਚਲਾ ਕੀਤੀ ਸੀ। ਸਰੀਰ ਦੇ ਅੰਦਰ ਦੋ ਇਨਪੁੱਟ ਨੇ। ਇਨਪੁੱਟ ਦਾ ਅਰਥ ਹੁੰਦਾ ਹੈ ਅੰਦਰ ਜਾਣ ਦਾ ਸਾਧਨ। ਦੋ ਸਾਧਨ ਨੇ ਜਿਨ੍ਹਾਂ ਦੇ ਨਾਲ ਸਾਡੇ ਸਰੀਰ ਦੇ ਅੰਦਰ ਕੁਝ ਜਾਂਦਾ ਹੈ, ਇੱਕ ਅੱਖਾਂ ਤੇ ਇੱਕ ਕੰਨ। ਇੱਕ ਆਊਟਪੁੱਟ ਹੈ, ਉਹ ਹੈ ਮੂੰਹ। ਮੂੰਹ ਦੁਆਰਾ ਅੱਖਾਂ ਨਾਲ ਵੇਖਿਆ ਤੇ ਕੰਨਾਂ ਦੇ ਨਾਲ ਸੁਣਿਆ ਨਾ, ਜਿਹੜਾ ਉਹ ਮੂੰਹ ਦੁਆਰਾ ਅੰਦਰੋਂ ਬਾਹਰ ਨਿਕਲਦਾ ਹੈ। ਹੁਣ ਅੱਖਾਂ ਤੇ ਕੰਨ ਨੇ ਜਿਹੜੇ, ਇਹ ਮਨ ਦੇ ਉੱਤੇ ਅਸਰ ਕਰਦੇ ਨੇ, ਵੇਖ ਕੇ ਸੁਣ ਕੇ। ਜਦੋਂ ਮਨ ਤੇ ਅਸਰ ਕਰਦੇ ਨੇ ਤੇ ਮਨ ਦੀ ਫਿਰ ਧਾਮਣੀ ਬਣ ਜਾਂਦੀ ਹੈ। ਮਨ ਦੇ ਵਿੱਚੋਂ ਆਵਾਜ਼ਾਂ ਨਿਕਲਣ ਲੱਗ ਜਾਂਦੀਆਂ ਨੇ, ਮਨ ਜਿਹੜਾ ਉਹ ਲਲਚਾਉਣ ਲੱਗ ਜਾਂਦਾ ਹੈ। ਹੁਣ ਇੱਥੇ ਗੁਰੂ ਦੀ ਲੋੜ ਹੈ। ਸਤਿਗੁਰ ਮਿਲਿਆ ਧਾਵਤ ਥੰਮਿਆ। ਹੁਣ ਸੱਚਾ ਸਤਿਗੁਰੂ ਇਸ ਮਨ ਦੀ ਇਸ ਧਾਮਣੀ ਨੂੰ ਰੋਕਦਾ ਕਿਵੇਂ ਹੈ? ਰੋਕਦਾ ਕਿਵੇਂ ਹੈ?
ਇਹ ਜਿਹੜੇ ਕੌਲਾ ਦਾਸ ਨੇ ਦੱਸਿਆ ਸੀ ਲੱਕੜ ਦੇ ਮੇਜ਼ ਤੇ ਰੱਖਿਆ ਹੋਇਆ ਹੈ, ਲੋਹੇ ਦਾ ਕੌਲਾ ਹੈ, ਉਹਨੂੰ ਤੁਸੀਂ ਚਿਮਚੇ ਦੀ ਠੋਕਰ ਮਾਰੀ, ਉਹਦੇ ਚੋਂ ਆਵਾਜ਼ ਨਿਕਲੀ, ਉਹਨੂੰ ਹੱਥ ਲਾ ਦਿਓ, ਰੁਕ ਜਾਏਗਾ, ਆਵਾਜ਼ ਬੰਦ ਹੋ ਜਾਏਗੀ। ਹੁਣ ਗੁਰੂ ਮਹਾਰਾਜ ਜੀ ਦਾ ਜਿਹੜਾ ਉਪਦੇਸ਼ ਹੈ ਉਹਦੇ ਨਾਲ ਮਨ ਨਾ ਜਿਹੜਾ ਮਨ ਦੀ ਧਾਰਨਾ ਨਹੀਂ ਰੁਕੇਗੀ। ਗੁਰੂ ਦੇ ਉਪਦੇਸ਼ ਦੇ ਨਾਲ ਮਨ ਦੀ ਧਾਰਨੀ ਹੈ ਨਾ ਜਿਹੜੀ ਇਹ ਰੁਕੇਗੀ। ਰੁਕੇਗੀ ਕਿਵੇਂ? ਉਧਰਲੇ ਪਾਸੋਂ ਹਟ ਕੇ ਨਾ ਬੰਦਗੀ ਵਾਲੇ ਪਾਸੇ ਲੱਗ ਪਏਗੀ। ਆਵਾਜ਼ ਤਾਂ ਆਏਗੀ ਮਨ ਦੇ ਵਿੱਚੋਂ, ਇਹ ਨਹੀਂ ਵੀ ਮਨ ਚੋਂ ਆਵਾਜ਼ ਨਹੀਂ ਨਿਕਲੇਗੀ, ਮਨ ਦੇ ਵਿੱਚੋਂ ਆਵਾਜ਼ ਨਿਕਲੇਗੀ, ਪਰ ਉਹ ਆਵਾਜ਼ ਹੈ ਨਾ ਜਿਹੜੀ ਉਹ ਨਾਮ ਵਾਲੀ, ਸਿਮਰਨ ਵਾਲੀ, ਸੇਵਾ ਵਾਲੀ ਇਹ ਆਵਾਜ਼ ਹੋਏਗੀ। ਇਹ ਵਿਚਾਰਾਂ ਹੁਣ ਮਨ ਦੇ ਵਿੱਚ ਚੱਲਣਗੀਆਂ। ਅਸੀਂ ਗਿਆਨੀ ਲੋਕ ਹਨ ਨਾ ਜਿਹੜੇ ਕਈ ਵਾਰੀ ਇਸ ਤਰ੍ਹਾਂ ਦੀ ਗੱਲ ਕਰ ਜਾਂਦੇ ਆ, ਸੁਣਨ ਵਾਲਾ ਨਾ ਜਿਹੜਾ ਉਹਦੀ ਸ਼ਰਧਾ ਬੜੀ ਮੱਧਮ ਪੈ ਜਾਂਦੀ ਹੈ, ਉਹ ਨਾਸਤਕ ਵੀ ਹੋ ਜਾਂਦਾ ਹੈ। ਜਿਵੇਂ ਇੱਕ ਤੁਕ ਮੈਂ ਆਪ ਜੀ ਦੇ ਅੱਗੇ ਪੜ੍ਹ ਕੇ ਰੱਖਦਾ ਗੁਰਬਾਣੀ ਦੀ, ਤੇ ਫਿਰ ਆਪਾਂ ਉਹਦੇ ਅਰਥ ਕਰਾਂਗੇ। ਗੁਰਬਾਣੀ ਸ਼ਬਦ ਹਜ਼ਾਰੇ ਦੀ ਬਾਣੀ ਆਪ ਪੜ੍ਹਦੇ ਹੋ, ਉਹਦੇ ਵਿੱਚ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਦਾ ਫਰਮਾਨ ਹੁੰਦਾ ਹੈ, ਬਿਨ ਕਰਮਾਂ ਕਿਛ ਪਾਈਏ ਨਹੀਂ। ਇਹ ਕਰਮਾਂ ਤੋਂ ਬਿਨਾਂ ਕੁਝ ਨਹੀਂ ਮਿਲਦਾ। ਸਮਝ ਆ ਗਈ? ਜੇ ਬਹੁ ਤੇਰਾ ਧਾਵੇ, ਹੁਣ ਇਹਦੀ ਸਮਝ ਨਹੀਂ ਆਈ। ਜੇ ਆਪਾਂ ਆਖੀਏ ਵੀ ਕਰਮਾਂ ਤੋਂ ਬਿਨਾਂ ਕੁਝ ਮਿਲਦਾ ਨਹੀਂ, ਤੇ ਫਿਰ ਬਾਬੇ ਆਦਮ ਨੂੰ ਧੰਨ ਗੁਰੂ ਰਾਮਦਾਸ ਜੀ ਦੀ ਸੰਗਤ ਦੀ ਸੇਵਾ ਕੀਤਿਆਂ ਪੁੱਤਰ ਦੀ ਦਾਤ ਕਿੱਥੋਂ ਮਿਲ ਗਈ ਸੀ? ਉਹਦੇ ਕਰਮਾਂ ਦੇ ਵਿੱਚ ਨਹੀਂ ਸੀ। ਇਸੇ ਤਰ੍ਹਾਂ ਮੰਡੀ ਦਾ ਰਾਜਾ ਜਦੋਂ ਧੰਨ ਗੁਰੂ ਅਰਜਨ ਦੇਵ ਜੀ ਦੇ ਪਾਸ ਆਇਆ ਸੀ ਤੇ ਉਹਨੇ ਗੁਰਬਾਣੀ ਦੀ ਤੁਕ ਗੁਰੂ ਮਹਾਰਾਜ ਜੀ ਦੇ ਮੁਖਾਰਬਿੰਦ ਚੋਂ ਸੁਣੀ, ਲੇਖ ਨਾ ਮਿਟੀ ਹੈ ਸਖੀ ਜੋ ਲਿਖਿਆ ਕਰਤਾਰ। ਤੇ ਉਹਨੇ ਆਖਿਆ, ਸੱਚੇ ਸਤਿਗੁਰ ਮੈਂ ਤਾਂ ਤੁਹਾਨੂੰ ਗੁਰੂ ਧਾਰਨ ਵਾਸਤੇ ਤਾਂ ਆਇਆ ਵੀ ਮੇਰੇ ਮਾੜੇ ਕਰਮ ਨੇ ਜਿਹੜੇ ਉਹ ਮਿਟ ਜਾਣ, ਤੇ ਜੇ ਲੇਖ ਹੀ ਨਹੀਂ ਮਿਟਣੇ ਤੇ ਫਿਰ ਮੈਂ ਤੁਹਾਨੂੰ ਗੁਰੂ ਕਾਹਦੇ ਵਾਸਤੇ ਧਾਰਨਾ ਹੈ? ਫਿਰ ਗੁਰੂ ਜੀ ਨੇ ਆਖਿਆ ਤੈਨੂੰ 3 ਦਿਨ ਰਹਿਣਾ ਪਏਗਾ। ਫਿਰ ਗੁਰੂ ਨੇ ਉਹਦੀ 3 ਦਿਨਾਂ ਦੇ ਵਿੱਚ ਸ਼ੰਕਾ ਸੀ ਜਿਹੜੀ ਉਹ ਨਿਵਰਤ ਕਰਤੀ। ਸਾਖੀ ਮੈਂ ਅੱਗੇ ਸੁਣਾਈ ਹੋਈ, ਅੱਜ ਨਹੀਂ ਸੁਣਾਵਾਂਗਾ, ਸਮਾਂ ਫਿਰ ਆਪਣਾ ਨਾ ਜ਼ਿਆਦਾ ਹੋ ਜਾਂਦਾ ਹੈ। ਇਸੇ ਤਰ੍ਹਾਂ 6ਵੇਂ ਪਾਤਸ਼ਾਹ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਸ ਸੁਲੱਖਣੀ ਜੀ ਗਈ ਸੀ, ਤੇ ਗੁਰੂ ਮਹਾਰਾਜ ਜੀ ਨੇ ਕਿਹਾ ਤੇਰੇ ਕਰਮਾਂ ਦੇ ਵਿੱਚ ਸੰਤਾਨ ਨਹੀਂ ਹੈਗੀ, ਔਲਾਦ ਨਹੀਂ ਹੈਗੀ, ਤੈਨੂੰ ਪੁੱਤਰ ਨਹੀਂ ਮਿਲੇਗਾ। ਤੇ ਇਹ ਨਿਰਾਸ਼ਾ ਜੀ ਹੋ ਕੇ ਪੁੱਠੀ ਮੁੜ ਚੱਲੀ। ਤੇ ਭਾਈ ਗੁਰਦਾਸ ਜੀ ਨੇ ਆਖਿਆ, ਬੀਬਾ ਕਿਵੇਂ? ਗੁਰੂ ਦਰ ਤੋਂ ਤਾਂ ਲੋਕੀ ਖੁਸ਼ ਹੋ ਕੇ ਜਾਂਦੇ ਨੇ ਤੇ ਤੇਰੀਆਂ ਅੱਖਾਂ 'ਚੋਂ ਹੰਝੂ ਆ ਰਹੇ ਨੇ। ਕਹਿੰਦੀ ਮੈਂ ਉਮੀਦ ਲੈ ਕੇ ਆਈ ਸੀ ਸੱਚੇ ਸਤਿਗੁਰ ਦੇ ਦਰ ਤੇ ਕਿ ਕਿਰਪਾ ਕਰ ਦੇਵੇਗਾ, ਮੈਨੂੰ ਪੁੱਤਰ ਦੀ ਦਾਤ ਦੇ ਦੇਵੇਗਾ, ਤੇ ਗੁਰੂ ਜੀ ਨੇ ਤੇ ਕਹਿ ਦਿੱਤਾ ਤੇਰੇ ਕਰਮਾਂ 'ਚ ਹੀ ਕੋਈ ਨਹੀਂ, ਤੇ ਰੋਂਦੀ ਨੇ ਜਾਣਾ, ਹੋਰ ਕੀ ਕਰਾਂ ਮੈਂ? ਤੇ ਭਾਈ ਗੁਰਦਾਸ ਜੀ ਕਹਿੰਦੇ ਤੈਨੂੰ ਮੰਗਣਾ ਨਹੀਂ ਆਇਆ। ਕਹਿੰਦੀ ਜੀ ਫਿਰ ਤੂੰ ਸੀ ਦੱਸੋ? ਕਹਿੰਦੇ ਭਾਈ ਗੁਰਦਾਸ ਜੀ ਕਹਿੰਦੇ ਤੂੰ ਜਾ ਕੇ ਕਹਿ ਸੱਚੇ ਸਤਿਗੁਰ ਉੱਥੇ ਵੀ ਤੂੰ ਲਿਖਣ ਵਾਲਾ ਤੇ ਇੱਥੇ ਵੀ ਤੂੰ ਲਿਖਣ ਵਾਲਾ, ਹੁਣ ਲਿਖ ਦੇ। ਤੇ ਫਿਰ ਗੁਰੂ ਮਹਾਰਾਜ ਜੀ ਨੇ 7 ਲਿਖ ਦਿੱਤੇ ਸੀ। ਹੁਣ ਇਹ ਕਿੱਥੋਂ ਮਿਲਿਆ? ਗੁਰੂ ਤੋਂ ਮਿਲਿਆ। ਬਿਨ ਕਰਮਾਂ ਕਿਛ ਪਾਈਏ ਨਹੀਂ। ਹੁਣ ਇਸ ਤੁਕ ਦੀ ਸਮਝ ਆਏਗੀ, ਕਰਮਾਂ ਤੋਂ ਬਿਨਾਂ ਕੁਝ ਮਿਲਦਾ ਨਹੀਂ। ਕਰਮਾਂ ਤੋਂ ਬਿਨਾਂ ਕੁਝ ਕਿਉਂ ਨਹੀਂ ਮਿਲਦਾ? ਜੇ ਬਹੁਤਾ ਧਾਵੇ, ਜੇ ਸਾਡਾ ਮਨ ਹੈ ਨਾ ਜਿਹੜਾ ਹੋਰ ਧਾਵਣੀਆਂ ਵੱਲ ਜਾਂਦਾ ਤੇ ਫਿਰ ਨਹੀਂ ਮਿਲਦਾ। ਜੇ ਸੰਗਤ ਦੀ ਸੇਵਾ ਵਿੱਚ ਆ ਜਾਂਦਾ, ਗੁਰੂ ਦੀ ਸੇਵਾ ਵਿੱਚ ਆ ਜਾਂਦਾ, ਤੇ ਫਿਰ ਗੁਰੂ ਦੇ ਦਰ ਤੋਂ ਮਿਲ ਜਾਂਦਾ। ਜੀ ਧੰਨ ਗੁਰੂ ਰਾਮਦਾਸ ਸੱਚੇ ਸਤਿਗੁਰ, ਬੜੀ ਠੰਡ ਪੈ ਰਹੀ ਏ ਤੇ ਬਾਬਾ ਆਦਮ ਜੀ ਆ ਨਾਲ ਹੀ ਇਹ ਪੁੱਛੋ, ਇਹ ਲੱਕੜਾਂ ਦੀ ਸੇਵਾ ਕਰਿਆ ਕਰਦੇ ਸਨ। ਉਮਰ ਵੀ ਬੜੀ ਵੱਡੀ ਸੀ ਇਹਨਾਂ ਦੀ ਉਮਰ ਵੀ ਬੜੀ ਵੱਡੀ ਹੋ ਗਈ ਸੀ ਤੇ ਗੁਰੂ ਦਰ ਤੇ ਸੇਵਾ ਕਰਿਆ ਕਰਦੇ ਸਨ। ਠੰਡ ਬੜੀ ਪੈ ਰਹੀ ਹੈ, ਮੀਂਹ ਵੀ ਪੈ ਰਿਹਾ, ਸਿਆਲ ਦੇ ਦਿਨ ਨੇ, ਤੇ ਇਹਨਾਂ ਨੇ ਵੇਖਿਆ ਵੀ ਸਾਰੀ ਸੰਗਤ ਤੇ ਠਰੂ ਕਰ ਰਹੀ ਹੈ, ਤੇ ਉਦੋਂ ਸੰਗਤ ਦੀ ਲੋੜ ਸਮਝੀ ਵੀ ਸਾਰੀ ਸੰਗਤ ਨੂੰ ਜੇ ਲੱਕੜਾਂ ਦਿੱਤੀਆਂ ਜਾਣ ਤੇ ਸੰਗਤ ਦੀ ਠੰਡ ਦੂਰ ਹੋ ਜਾਵੇਗੀ। ਹੁਣ ਇਹਨਾਂ ਨੇ ਕੀ ਕੀਤਾ ਹੈ, ਆਪਣੇ ਕਮਰੇ ਦੇ ਗੇਟ ਵੀ ਤੋੜ ਕੇ ਨਾ ਸੰਗਤ ਦੀ ਸੇਵਾ ਵਿੱਚ ਲਾ ਦਿੱਤੇ ਸਨ। ਤੇ ਫਿਰ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ ਸੀ ਨਾ, ਇਹਨਾਂ ਦੇ ਸੰਤਾਨ ਹੋ ਗਈ ਸੀ, ਇਹਨਾਂ ਦੇ ਪੁੱਤਰ ਦੀ ਪ੍ਰਾਪਤੀ ਹੋ ਗਈ ਸੀ। ਸੋ ਇਸ ਤਰ੍ਹਾਂ ਜੇ ਬਹੁਤੇਰਾ ਧਾਵੇ, ਜੇ ਅਸੀਂ ਐਵੇਂ ਭੱਜੇ ਫਿਰਾਂਗੇ ਤੇ ਫਿਰ ਕਰਮਾਂ ਦੇ ਬਿਨਾਂ ਕੁਝ ਨਹੀਂ ਮਿਲਦਾ। ਜੋ ਕਰਮਾਂ 'ਚ ਉਹੀ ਮਿਲੇਗਾ। ਜੇ ਅਸੀਂ ਗੁਰੂ ਦਰ ਤੇ ਆ ਜਾਵਾਂਗੇ, ਗੁਰੂ ਦੀ ਸੰਗਤ ਦੀ ਲੋੜ ਪੂਰੀ ਕਰਾਂਗੇ, ਗੁਰੂ ਦੀ ਸੇਵਾ ਵਿੱਚ ਲੱਗਾਂਗੇ, ਤੇ ਫਿਰ ਸਾਨੂੰ ਸਾਰਾ ਕੁਝ ਹੀ ਮਿਲੇਗਾ। ਸੋ ਇਸ ਪਾਵਨ ਸ਼ਬਦ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰ ਨੇ
ਸਾਨੂੰ ਇਹੀ ਸਿੱਖਿਆ ਦਿੱਤੀ ਏ, ਮੇਰਾ ਗੁਰ ਦਿਆਲ, ਸਾਡਾ ਗੁਰੂ ਏ ਜਿਹੜਾ ਬੜਾ ਦਿਆਲੂ ਏ, ਸਦਾ ਰੰਗ ਲੀਨਾ, ਇਹ ਸਦਾ ਪ੍ਰਭੂ ਪਰਮਾਤਮਾ ਦੇ ਰੰਗ ਦੇ ਵਿੱਚ ਲੀਨ ਰਹਿੰਦਾ ਹੈ। ਅਹਨਿਸ ਰਹੇ ਏਕ ਲਿਵ ਲਾਗੀ, ਮੇਰੇ ਗੁਰੂ ਦੀ ਜਿਹੜੀ ਇਹਨਾਂ ਉਹ ਪ੍ਰਭੂ ਪਰਮਾਤਮਾ ਦੇ ਨਾਲ ਦਿਨ ਤੇ ਰਾਤ ਪ੍ਰੀਤ ਬਣੀ ਰਹਿੰਦੀ ਏ। ਸਾਚੇ ਦੇਖ ਪਤੀਨਾ, ਇਸ ਸੱਚ ਸਰੂਪ ਦੇ ਦਰਸ਼ਨ ਕਰਕੇ ਸਾਡੇ ਮਨ ਦੇ ਅੰਦਰ ਯਕੀਨ ਆ ਗਿਆ। ਹੁਣ ਪਾਵਨ ਸ਼ਬਦ ਦੀਆਂ ਆਪਾਂ ਵਿਚਾਰਾਂ ਸਰਵਣ ਕਰਦੇ ਹਾਂ ਜੀ। ਜਤ ਸਤ ਸੰਜਮ ਸਾਚ ਦਿਰੜਾਇਆ, ਸਾਚ ਸ਼ਬਦ ਰਸ ਲੀਨਾ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਗੁਰੂ ਦੇ ਵੱਲੋਂ ਗੁਰਸਿੱਖ ਨੂੰ ਜਤ ਦੇ ਵਿੱਚ ਰਹਿਣਾ, ਸਤ ਦੇ ਵਿੱਚ ਰਹਿਣਾ, ਸੰਜਮ ਦੇ ਵਿੱਚ ਰਹਿਣਾ ਤੇ ਸਾਚ ਦ੍ਰਿੜਾਇਆ, ਇਹ ਗੱਲਾਂ ਦੇ ਵਿੱਚ ਪੱਕਾ ਕੀਤਾ ਜਾਂਦਾ ਹੈ। ਗੁਰੂ ਕੀ ਕਰਦਾ ਹੈ, ਆਪਣੇ ਗੁਰ ਨੂੰ, ਗੁਰਸਿੱਖ ਨੂੰ ਜਤ ਦੇ ਵਿੱਚ ਰਹਿਣ ਦੀ, ਸਤ ਦੇ ਵਿੱਚ ਰਹਿਣ ਦੀ, ਸੰਜਮ ਦੇ ਵਿੱਚ ਰਹਿਣ ਦੀ, ਸਾਚ ਦ੍ਰਿੜਾਇਆ, ਇਹਨਾਂ ਗੱਲਾਂ ਦੇ ਵਿੱਚ ਪੱਕਾ ਕਰਦਾ ਹੈ। ਸਾਚ ਸ਼ਬਦ ਰਸ ਲੀਨਾ, ਤੇ ਗੁਰੂ ਨੇ ਸਾਨੂੰ ਇਹ ਸਿਖਾਇਆ ਵੀ ਤੁਸੀਂ ਰਸ ਲੈਣਾ ਹੈ। ਕਿਹੜੇ ਸ਼ਬਦ ਦਾ ਰਸ ਲੈਣਾ ਹੈ? ਵਾਹਿਗੁਰੂ ਨਾਮ ਦਾ। ਸਾਚ ਸ਼ਬਦ ਗੁਰੂ ਦੁਆਰਾ, ਸੱਚਾ ਸ਼ਬਦ ਵਾਹਿਗੁਰੂ ਗੁਰਮੰਤਰ ਸਾਨੂੰ ਬਖਸ਼ਿਆ ਗਿਆ ਹੈ। ਸੱਚੇ ਸਤਿਗੁਰ ਕਿਰਪਾ ਕਰਦੇ ਨੇ, ਸਾਨੂੰ ਦੱਸਦੇ ਨੇ ਸੱਚੇ ਸਤਿਗੁਰ ਦੇ ਸ਼ਬਦ ਦੀ ਕਮਾਈ ਕਰਕੇ ਨਾਮ ਦੇ ਵਿੱਚੋਂ ਰਸ ਲੈਣਾ ਹੈ, ਨਾਮ ਦੇ ਵਿੱਚੋਂ ਆਨੰਦ ਲੈਣਾ ਹੈ। ਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, ਆਪਣੇ ਗੁਰਸਿੱਖ ਨੂੰ ਜਤ ਸਤ ਸੰਜਮ ਤੇ ਸੱਚ ਦੇ ਵਿੱਚ ਦ੍ਰਿੜ ਰੱਖਦੇ ਹਨ ਜੀ। ਮੇਰਾ ਗੁਰ ਦਿਆਲ ਸਦਾ ਰੰਗ ਲੀਨਾ। ਇਹ ਰਹਾਉ ਵਾਲੀਆਂ ਤੁਕਾਂ ਨੇ ਧੰਨ ਗੁਰੂ ਮਹਾਰਾਜ ਜੀ ਨੇ ਇਸ ਪਾਵਨ ਸ਼ਬਦ ਦੇ ਅੰਦਰ ਗੁਰੂ ਦੀ ਵਡਿਆਈ ਕੀਤੀ ਹੈ। ਗੁਰੂ ਸਮਰੱਥ ਹੈ, ਗੁਰੂ ਸਾਡੇ ਕਰਮਾਂ ਦੇ ਵਿੱਚ ਨਾ ਹੋਣ ਵਾਲੀ ਚੀਜ਼ ਵੀ ਸਾਨੂੰ ਦੇ ਦਿੰਦਾ ਹੈ। ਸਾਡੇ ਕਰਮਾਂ ਦੇ ਕਲੰਕ ਨੇ ਜਿਹੜੇ ਉਹ ਵੀ ਧੋ ਦਿੰਦਾ ਹੈ, ਮਾੜੇ ਕਰਮ ਵੀ ਗੁਰੂ ਮਹਾਰਾਜ ਜੀ ਨਾਸ਼ ਕਰ ਦਿੰਦੇ ਨੇ। ਇਸ ਲਈ ਮੇਰਾ ਗੁਰੂ ਦਿਆਲੂ ਹੈ, ਉਹ ਦਇਆ ਦੇ ਵਿੱਚ ਰਹਿੰਦਾ ਹੈ। ਜਿੰਦੇ ਅੰਦਰ ਦਇਆ ਹੋਏਗੀ ਉਹਦੇ ਅੰਦਰ ਹੀ ਪਰਉਪਕਾਰ ਦੀ ਭਾਵਨਾ ਹੋਏਗੀ। ਜਿਸ ਦੇ ਅੰਦਰ ਦਇਆ ਨਹੀਂ ਉਹ ਪਰਉਪਕਾਰ ਨਹੀਂ ਕਰ ਸਕਦਾ। ਮੇਰਾ ਗੁਰ ਦਿਆਲ, ਮੇਰਾ ਗੁਰੂ ਦਿਆਲੂ ਹੈ, ਇਹ ਸੰਗਤਾਂ ਤੇ ਪਰਉਪਕਾਰ ਕਰਦਾ ਹੈ, ਸਦਾ ਪ੍ਰਭੂ ਪਰਮਾਤਮਾ ਦੇ ਪ੍ਰੇਮ ਰੰਗ ਦੇ ਵਿੱਚ ਰੰਗਿਆ ਰਹਿੰਦਾ ਹੈ ਜੀ। ਅਹਨਿਸ ਰਹੇ ਏਕ ਲਿਵ ਲਾਗੀ, ਸਾਚੇ ਦੇਖ ਪਤੀਨਾ। ਮੇਰੇ ਗੁਰੂ ਦੀ ਦਿਨ ਤੇ ਰਾਤ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪ੍ਰੀਤ ਬਣੀ ਰਹਿੰਦੀ ਏ। ਇਹ ਸੱਚ ਨੂੰ ਵੇਖ ਕੇ ਤੇ ਸਾਡੇ ਮਨ ਨੂੰ ਵੀ ਯਕੀਨ ਆ ਗਿਆ ਹੈ ਜੀ। ਰਹਾਉ ਰਹਿ ਗਗਨਪੁਰ ਦ੍ਰਿਸ਼ਟ ਸਮੈ ਸਰ, ਅਹਨਿਸ ਸ਼ਬਦ ਰੰਗੀਨਾ। ਅੱਗੇ ਵਿਸ਼ਰਾਮ ਲਾ ਕੇ ਧੰਨ ਗੁਰੂ ਮਹਾਰਾਜ ਜੀ ਗੁਰੂ ਦੀ ਵਡਿਆਈ ਕਰਦੇ ਨੇ। ਗੁਰੂ ਸਾਡਾ ਨਾ ਜਿਹੜਾ ਇਹ ਰਹਿੰਦਾ ਕਿਵੇਂ ਰਹੇ, ਗੁਰੂ ਦੀ ਰਹਿਣੀ ਕਿਵੇਂ ਦੀ ਏ। ਰਹਿਣੀ ਰਹੇ ਸੋਈ ਸਿੱਖ ਮੇਰਾ, ਦਸਵੇਂ ਪਾਤਸ਼ਾਹ ਨੇ ਵੀ ਆਖਿਆ ਸੀ ਨਾ ਵੀ ਜਿਹੜਾ ਗੁਰੂ ਦੀ ਰਹਿਣੀ ਰਵੇਗਾ ਨਾ ਉਹ ਸਾਡਾ ਸਿੱਖ ਹੈ। ਜਿਹੜਾ ਗੁਰੂ ਦੀ ਰਹਿਣੀ ਨਹੀਂ ਰਵੇਗਾ, ਗੁਰੂ ਦੀ ਮਰਿਆਦਾ ਦੇ ਵਿੱਚ ਨਹੀਂ ਰਵੇਗਾ, ਉਹ ਸਾਡਾ ਸਿੱਖ ਨਹੀਂ। ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ। ਹੁਣ ਗੁਰੂ ਦੀ ਰਹਿਣੀ ਦੱਸੀ ਇੱਥੇ, ਰਹੇ ਗਗਨ ਔਰ ਦ੍ਰਿਸ਼ਟ ਸਮੇਸਰ। ਗਗਨ ਆਖਿਆ ਜਾਂਦਾ ਹੈ ਆਕਾਸ਼ ਨੂੰ ਤੇ ਪੁਰ ਆਖਿਆ ਜਾਂਦਾ ਹੈ ਨਗਰ। ਪੁਰ ਦਾ ਅਰਥ ਹੁੰਦਾ ਨਗਰ, ਜਿਵੇਂ ਰਾਮਪੁਰਾ, ਇਹ ਰਾਮ ਪਿੰਡ ਹੈ, ਪਿੰਡ ਦਾ ਨਾਂ ਕੀ ਹੈ? ਰਾਮ। ਪੁਰ ਤੋਂ ਭਾਵ ਹੁੰਦਾ ਪਿੰਡ, ਪੁਰ ਤੋਂ ਭਾਵ ਹੁੰਦਾ ਨਗਰ, ਪੁਰ ਤੋਂ ਭਾਵ ਹੁੰਦਾ ਵਸੇਬਾ। ਜਿੱਥੇ ਕਈ ਘਰਾਂ ਦਾ ਵਸੇਬਾ ਹੋਵੇ ਉਹਨੂੰ ਪੁਰ ਆਖਿਆ ਜਾਂਦਾ ਹੈ। ਰਹਿ ਗਗਨਪੁਰ, ਗਗਨ ਦਾ ਅਰਥ ਹੈ ਆਕਾਸ਼। ਹੁਣ ਇਹਨੂੰ ਇਸ ਤਰ੍ਹਾਂ ਸਮਝਣਾ ਹੈ, ਸਾਡਾ ਗੁਰੂ ਹੈ ਨਾ ਜਿਹੜਾ, ਉਹਦੀ ਰਹਿਣੀ ਕਿਸ ਤਰ੍ਹਾਂ ਦੀ ਹੈ? ਉਹਦੀ ਰਹਿਣੀ ਉੱਚੀ ਤੇ ਸੁੱਚੀ ਹੈ, ਜਿਵੇਂ ਆਕਾਸ਼। ਇੱਕ ਦ੍ਰਿਸ਼ਟਾਂਤ ਦਿੱਤਾ ਹੈ, ਜਿਵੇਂ ਗਗਨਪੁਰ ਭਾਵ ਆਕਾਸ਼ ਹੈ ਨਾ ਜਿਹੜਾ, ਆਕਾਸ਼ ਉੱਚਾ ਤੇ ਸੁੱਚਾ, ਉਹਨੂੰ ਮੈਲ ਨਹੀਂ ਲੱਗਦੀ। ਉਸੇ ਤਰ੍ਹਾਂ ਮੇਰਾ ਗੁਰੂ ਹੈ ਜਿਹੜਾ, ਇਹਦੀ ਰਹਿਣੀ ਹੈ ਜਿਹੜੀ ਇਹ ਉੱਚੀ ਤੇ ਸੁੱਚੀ ਹੈ। ਦ੍ਰਿਸ਼ਟ ਸਮੈ ਸਰ, ਹੁਣ ਆਕਾਸ਼ ਉੱਤੋਂ ਸਾਨੂੰ ਸਾਰਿਆਂ ਨੂੰ ਵੇਖ ਰਿਹਾ ਹੈ। ਆਕਾਸ਼ ਉੱਤੋਂ ਸਾਨੂੰ ਸਾਰਿਆਂ ਨੂੰ ਵੇਖ ਰਿਹਾ ਹੈ। ਹੁਣ ਅੱਜ ਕੱਲ੍ਹ ਨਾ ਬੜਾ ਸੁੱਖ ਹੋ ਗਿਆ, ਜੇ ਉੱਤੋਂ ਕੁਝ ਵੇਖਣਾ ਹੁੰਦਾ ਹੈ ਨਾ ਸਾਡੇ ਮੰਤਰੀਆਂ ਨੇ ਜਾਂ ਸਾਡੀ ਸਰਕਾਰ ਨੇ, ਤੇ ਇਹ ਹੈਲੀਕਾਪਟਰ ਦੇ ਉੱਤੇ ਚੜ੍ਹ ਕੇ ਤੇ ਉੱਤੋਂ ਦੂਰ ਦਰਾਡੇ ਦੇ ਨਾਲ ਵੇਖ ਲੈਂਦੇ ਨੇ, ਦੂਰ ਦੂਰ ਤੱਕ ਦਿਸਦਾ ਰਹਿੰਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰ ਸਾਨੂੰ ਇੱਥੇ ਇਹੀ ਦੱਸਦੇ ਨੇ, ਰਹਿ ਗਗਨਪੁਰ ਦ੍ਰਿਸ਼ਟ ਸਮੈ ਸਰ। ਮੇਰਾ ਗੁਰੂ ਹੈ ਜਿਹੜਾ ਇਹ ਉੱਚੀ ਤੇ ਸੁੱਚੀ ਵਿਚਾਰ ਵਾਲਾ ਹੈ। ਦ੍ਰਿਸ਼ਟ ਸਮੈ ਸਰ, ਦ੍ਰਿਸ਼ਟ ਦਾ ਅਰਥ ਹੁੰਦਾ ਵੇਖਣਾ।
ਇਹ ਹੁਣ ਜਦੋਂ ਉੱਪਰੋਂ ਸਾਰਿਆਂ ਨੂੰ ਵੇਖਦਾ ਨਾ ਤੇ ਇੱਕ ਦ੍ਰਿਸ਼ਟੀ ਦੇ ਨਾਲ ਵੇਖਦਾ, ਕਿਸੇ ਦੇ ਨਾਲ ਵਿਤਕਰਾ ਨਹੀਂ ਕਰਦਾ। ਸਮੇਂ ਸਰ ਦਾ ਅਰਥ ਹੁੰਦਾ ਵਿਤਕਰਾ ਨਾ ਕਰਨਾ। ਇਹ ਵਿਤਕਰਾ ਕੀ ਹੈ? ਇਹ ਮਨੁੱਖ ਦੇ ਅੰਦਰ ਵਿਤਕਰਾ ਆ ਜਾਂਦਾ ਹੈ। ਜਿਵੇਂ ਮੈਂ ਆਪਣੀ ਧੀ ਨੂੰ ਵੇਖਦਾ ਉਵੇਂ ਦੂਜੇ ਦੀ ਧੀ ਨੂੰ ਵੇਖਾਂ ਤੇ ਫਿਰ ਮੇਰੇ ਅੰਦਰ ਵਿਤਕਰਾ ਨਹੀਂ ਹੈਗਾ। ਜੇ ਮੈਂ ਆਪਣੀ ਧੀ ਨੂੰ ਧੀ ਦੀ ਤਰ੍ਹਾਂ ਵੇਖਦਾ, ਦੂਜੇ ਦੀ ਧੀ ਨੂੰ ਧੀ ਦੀ ਤਰ੍ਹਾਂ ਨਹੀਂ ਵੇਖਦਾ ਤੇ ਫਿਰ ਮੇਰੇ ਅੰਦਰ ਮੈਲ ਹੈ, ਫਿਰ ਮੇਰੇ ਅੰਦਰ ਵਿਤਕਰਾ ਹੈ, ਮੇਰੇ ਅੰਦਰ ਬੁਰਾਈ ਹੈ। ਮੈਂ ਸਮਦ੍ਰਿਸ਼ਟ ਨਹੀਂ ਹੈਗਾ। ਰਹਿ ਗਗਨਪੁਰ ਦ੍ਰਿਸ਼ਟ ਸਮੈ ਸਰ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਸਾਡਾ ਗੁਰੂ ਉੱਚੀ ਤੇ ਸੁੱਚੀ ਸੋਚ ਵਾਲਾ ਹੈ ਤੇ ਉਹ ਸਮਦ੍ਰਿਸ਼ਟੀ ਹੈ, ਸਾਰਿਆਂ ਨੂੰ ਇੱਕੋ ਨਿਗਾਹ ਦੇ ਨਾਲ ਵੇਖਦਾ ਹੈ। ਅਣਹਤ ਸ਼ਬਦ ਰੰਗੀਨਾ, ਉਹ ਰੰਗਿਆ ਰਹਿੰਦਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੀ ਧੁਨ ਦੇ ਵਿੱਚ, ਪਰਮਾਤਮਾ ਦੇ ਨਾਮ। ਹੁਣ ਵੇਖੋ ਧੁਨ ਤਾਂ ਇੱਥੇ ਵੀ ਹੈ, ਧੁਨ ਦਾ ਅਰਥ ਵੀ ਆਵਾਜ਼ ਹੁੰਦਾ ਹੈ। ਅਣਹਤ, ਹੱਥ ਦਾ ਅਰਥ ਵੀ ਆਵਾਜ਼ ਹੈ, ਹੱਥ ਦਾ ਅਰਥ ਆਵਾਜ਼ ਹੈ। ਅਣਹਤ ਉਹ ਧੁਨ ਜਿੰਦੀ ਹੱਦ ਕੋਈ ਨਹੀਂ, ਸ਼ਬਦ ਉਹ ਸ਼ਬਦ ਦੀ ਧੁਨ ਹੈ। ਤੇ ਉਹ ਸ਼ਬਦ ਕਿਹੜਾ? ਉਸ ਪ੍ਰਭੂ ਪਰਮਾਤਮਾ ਦਾ। ਮਨ ਦੇ ਵਿੱਚ ਜਦੋਂ ਨਾਮ ਦੀਆਂ ਧੁਨਾਂ ਚੱਲ ਪੈਣ, ਇਹਨੂੰ ਅਣਹਦ ਧੁਨ ਆਖਿਆ ਜਾਂਦਾ ਹੈ। ਮਨ ਦੇ ਵਿੱਚ ਪ੍ਰਭੂ ਪਰਮਾਤਮਾ ਦੇ ਨਾਮ ਦੀ ਧੁਨ ਦਾ ਚੱਲਦੇ ਰਹਿਣਾ। ਜਿਵੇਂ ਵੇਖੋ, ਮੈਂ ਇੱਕ ਉਦਾਹਰਨ ਦੇ ਲਈ ਆਪ ਜੀ ਨੂੰ ਸਮਝਾਉਣ ਦਾ ਯਤਨ ਕਰਾਂਗਾ। ਇੱਕ ਗੁਰਮੁਖ ਪਿਆਰਾ ਹੈ, ਉਹ ਕਿਸੇ ਸ਼ਬਦ ਨੂੰ ਪੜ੍ਹ ਰਿਹਾ, ਗੁਰਬਾਣੀ ਦਾ ਸ਼ਬਦ ਹੈ, ਗੁਰਬਾਣੀ ਦਾ ਸ਼ਬਦ ਪੜ੍ਹਦਾ ਹੈ। ਪੜ੍ਹਦਿਆਂ ਪੜ੍ਹਦਿਆਂ ਉਹਨੂੰ ਗੁਰਬਾਣੀ ਦਾ ਸ਼ਬਦ ਕੰਠ ਹੋ ਗਿਆ ਹੈ। ਹੁਣ ਜਦੋਂ ਗੁਰਬਾਣੀ ਦਾ ਸ਼ਬਦ ਕੰਠ ਹੋ ਗਿਆ ਹੈ, ਉਹਨੂੰ ਸਮਝਣ ਦੇ ਲਈ ਉਹਦੇ ਅੰਦਰ ਵਿਚਾਰਾਂ ਚੱਲਣ ਲੱਗ ਪੈਂਦੀਆਂ ਨੇ ਗੁਰਬਾਣੀ ਦੇ ਸ਼ਬਦ ਦੀਆਂ। ਹੁਣ ਧੁਨ ਮਨ ਦੇ ਵਿੱਚੋਂ ਚੱਲ ਰਹੀ ਹੈ, ਆਵਾਜ਼ ਮਨ ਦੇ ਵਿੱਚੋਂ, ਮਨ ਦੀ ਧਾਮਣੀ ਹੁਣ ਕੀ ਹੋ ਗਈ ਹੈ? ਧਾਮਣੀ ਹੈ। ਹੁਣ ਮਨ ਦੀ ਧਾਮਣੀ ਕੀ ਹੈ? ਹੁਣ ਮਨ ਦੀ ਧਾਮਣੀ ਹੈ ਜਿਹੜੀ ਉਸ ਸ਼ਬਦ ਦੇ ਅਰਥ ਨੂੰ ਸਮਝ ਰਹੀ ਹੈ। ਤੇ ਜਿਵੇਂ ਜਿਵੇਂ ਅਰਥ ਨੂੰ ਸਮਝਦਾ ਹੈ ਨਾ ਮਨ, ਉਹ ਮਨ ਦੇ ਵਿੱਚੋਂ ਆਵਾਜ਼ ਨਿਕਲਦੀ ਹੈ ਜਿਹਨੂੰ ਅਸੀਂ ਸਮਝ ਰਹੇ ਹਾਂ, ਜਿਹਨੂੰ ਅਸੀਂ ਆਪਣੇ ਆਪ ਸੁਣ ਰਹੇ। ਹੁਣ ਕੰਨ ਨਹੀਂ ਸੁਣ ਰਹੇ, ਅੱਖਾਂ ਵੇਖ ਨਹੀਂ ਰਹੀਆਂ, ਜ਼ਬਾਨ ਬੋਲ ਨਹੀਂ ਰਹੀ, ਲੇਕਿਨ ਅੰਦਰ ਵਿਚਾਰ ਉਸ ਸ਼ਬਦ ਦੀ ਚੱਲ ਰਹੀ ਹੈ। ਅਣਹਦ ਸ਼ਬਦ ਰੰਗੀਨਾ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਮੇਰਾ ਗੁਰੂ ਹੈ ਜਿਹੜਾ, ਇਹ ਬੜੀ ਉੱਚੀ ਤੇ ਸੁੱਚੀ ਵਿਚਾਰ ਵਾਲਾ ਹੈ ਤੇ ਸ੍ਰੇਸ਼ਟਤਾਈ ਵਾਲਾ ਹੈ, ਸਮਦ੍ਰਿਸ਼ਟੀ ਵਾਲਾ ਹੈ, ਸਾਰਿਆਂ ਨੂੰ ਇੱਕ ਨਿਗਾਹ ਦੇ ਨਾਲ ਭਾਵ ਸਮਾਨ ਵੇਖਦਾ ਹੈ ਤੇ ਸਦਾ ਉਸ ਪ੍ਰਭੂ ਪਰਮਾਤਮਾ ਦੀ ਨਾਮ ਧੁਨ ਦੇ ਵਿੱਚ ਰੰਗਿਆ ਰਹਿੰਦਾ ਹੈ ਜੀ। ਸਤ ਬੰਦ ਕੁਪੀਨ ਪਰਪੁਰ ਲੀਣਾ, ਜੇਵਾ ਰੰਗ ਰਸੀਨਾ। ਹੁਣ ਸਾਡਾ ਗੁਰੂ ਗੁਰਸਿੱਖਾਂ ਨੂੰ ਦਿੰਦਾ ਕੀ ਹੈ? ਸਾਡੇ ਗੁਰੂ ਨੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਗੁਰਸਿੱਖਾਂ ਨੂੰ ਦਿੰਦਾ ਕੀ ਹੈ? ਸਤ ਬੰਦ ਕੁਪੀਨ। ਕੁਪੀਨ ਕਹਿੰਦੇ ਨੇ ਲੰਗੋਟ ਨੂੰ। ਅੱਜ ਜੋ ਅਸੀਂ ਕਛਹਿਰੇ ਪਾਏ ਨੇ ਨਾ, ਇਹ ਸਾਡੀ ਕੁਪੀਨ ਹੈ। ਸਤ ਬੰਦ ਕੁਪੀਨ। ਗੁਰੂ ਮਹਾਰਾਜ ਜੀ ਨੇ ਆਪਣੇ ਗੁਰਸਿੱਖਾਂ ਨੂੰ ਇਹ ਦਾਤ ਦਿੱਤੀ ਹੈ। ਇਹ ਆਪਣੇ ਲੰਗੋਟ ਦੇ ਜਤੀ ਨੇ। ਸੱਤ ਵਾਲਾ ਲੰਗੋਟ ਧਾਰਨ ਕੀਤਾ, ਝੂਠ ਵਾਲਾ ਲੰਗੋਟ ਨਹੀਂ ਧਾਰਨ ਕੀਤਾ। ਐਵੇਂ ਨਹੀਂ ਕਛਹਿਰਾ ਪਾਇਆ। ਗੁਰੂ ਨੇ ਕਿਰਪਾ ਕੀਤੀ ਹੈ, ਆਪਣੇ ਗੁਰਸਿੱਖਾਂ ਨੂੰ ਸੱਤ ਵਾਲਾ ਕਛਹਿਰਾ ਦਿੱਤਾ ਹੈ, ਭਾਵ ਜਤ ਸੱਤ ਦੇ ਵਿੱਚ ਪੱਕਿਆਂ ਕੀਤਾ ਹੈ। ਸਤ ਬੰਦ ਕੁਪੀਨ। ਬੰਦ ਦਾ ਅਰਥ ਹੁੰਦਾ ਬੰਨਣਾ ਤੇ ਕੁਪੀਨ ਦਾ ਅਰਥ ਹੁੰਦਾ ਲੰਗੋਟ। ਗੁਰੂ ਨੇ ਆਪਣੇ ਗੁਰਸਿੱਖਾਂ ਨੂੰ ਸੱਤ ਦੀ ਲੰਗੋਟ ਦਿੱਤੀ। ਆਪ ਸਮਝਦਾਰੋ ਸਮਝ ਗਏ ਹੋਵੋਗੇ। ਭਰਪੁਰ ਲੀਨਾ, ਇਸ ਤਰ੍ਹਾਂ ਭਰਪੂਰ ਹੈ ਮੇਰਾ ਗੁਰੂ। ਪਹਿਲੂ ਆਪ, ਗੁਰੂ ਪਹਿਲੂ ਆਪ ਭਰਪੂਰ ਹੈ। ਭਰਪੂਰ ਦਾ ਲੈਣਾ ਹੁੰਦਾ ਭਰਪੂਰ, ਜਿਹੜਾ ਭਰਿਆ ਹੋਵੇ, ਜਿੰਦੇ ਵਿੱਚ ਇਹ ਗੁਣ ਸਾਰਾ ਚੰਗੀ ਤਰ੍ਹਾਂ ਭਰਪੂਰ ਹੋਵੇ। ਭਰਪੂਰ ਲੀਨਾ, ਮੇਰਾ ਗੁਰੂ ਹੈ ਜਿਹੜਾ, ਉਹ ਪਹਿਲੂ ਆਪ ਸੱਤ ਦੇ ਲੰਗੋਟ ਦੇ ਵਿੱਚ ਭਰਪੂਰ ਨੇ ਤੇ ਉਸਨੇ ਗੁਰਸਿੱਖਾਂ ਨੂੰ ਵੀ ਇਹੀ ਲੰਗੋਟ ਬੰਨਣ ਦੀ, ਸੱਤ ਦਾ ਲੰਗੋਟ ਬੰਨਣ ਦੀ ਦਾਤ ਦਿੱਤੀ ਹੈ। ਜਿਹਵਾ ਰੰਗ ਰਸੀਨਾ। ਤੇ ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਆਪਣੇ ਗੁਰਸਿੱਖਾਂ ਨੂੰ ਇਹ ਦਾਤ ਦਿੱਤੀ ਹੈ ਵੀ ਪ੍ਰਭੂ ਪਰਮਾਤਮਾ ਦਾ ਨਾਮ ਹੈ ਜਿਹੜਾ, ਉਹਦੇ ਵਿੱਚ ਆਪਣੀ ਜ਼ਬਾਨ ਨੂੰ ਰੰਗ ਕੇ ਰੱਖਣਾ। ਜਿਹਵਾ ਰੰਗ, ਜਿਹਵਾ ਦਾ ਅਰਥ ਹੁੰਦਾ ਜ਼ਬਾਨ। ਇਹਨੂੰ ਜ਼ਬਾਨ ਵੀ ਆਖ ਦਿੰਦੇ ਨੇ, ਜਿਹਵਾ ਵੀ ਆਖ ਦਿੰਦੇ ਨੇ, ਇਹਨੂੰ ਰਸਨਾ ਵੀ ਆਖਿਆ ਜਾਂਦਾ ਹੈ। ਜਿਹਵਾ ਰੰਗ ਰਸੀਨਾ, ਜ਼ਬਾਨ ਹੈ ਜਿਹੜੀ ਪ੍ਰਭੂ ਪਰਮਾਤਮਾ ਦੇ ਰੰਗ ਦੇ ਵਿੱਚ, ਰਸੀਨਾ ਦਾ ਅਰਥ ਹੁੰਦਾ ਰਸ ਲੈਣ ਵਾਲੀ, ਪ੍ਰੇਮ ਦਾ ਨਾਮ ਜਪ ਕੇ ਤੇ ਰਸ ਲੈਣ ਵਾਲੀ। ਇਹ ਗੁਰੂ ਨੇ ਦਾਤ ਦਿੱਤੀ ਹੈ ਜੀ। ਮਿਲੈ ਗੁਰ ਸਾਚੇ ਜਿਨ ਰਚ ਰਾਚੇ, ਕਿਰਤ ਵਿਚਾਰ ਪ੍ਰਤੀਨਾ। ਮਿਲੇ ਗੁਰ ਸਾਚੇ। ਧੰਨ ਗੁਰੂ ਨਾਨਕ ਦੇਵ ਜੀ ਰਹਿਮਤ ਕਰਦੇ ਨੇ, ਗੁਰਸਿੱਖ ਨੇ ਨਾ ਜਿਹੜੇ, ਇਸ ਤਰ੍ਹਾਂ ਸੱਚੇ ਗੁਰੂ ਨੂੰ ਆਣ ਮਿਲੇ ਨੇ।
ਹੁਣ ਸੱਚੇ ਨੂੰ ਤਾਂ ਸੱਚੇ ਹੀ ਮਿਲੇਗਾ। ਦਾਸ ਬੇਨਤੀ ਕਰਦਾ ਹੁੰਦਾ ਹੈ ਜਿਹੜਾ ਇਹ ਮੇਲ ਲੈਣਾ ਇਹ ਦੋ ਪ੍ਰਕਾਰ ਦਾ ਹੁੰਦਾ ਹੈ। ਵੈਸੇ ਤਿੰਨ ਪ੍ਰਕਾਰ ਦਾ ਹੁੰਦਾ ਹੈ, ਉਹ ਜ਼ਿਆਦਾ ਜ਼ਿਕਰ ਮੈਂ ਦੋ ਪ੍ਰਕਾਰ ਦਾ ਕਰਦਾ। ਇੱਕ ਸਜਾਤੀ ਤੇ ਇੱਕ ਵਿਜਾਤੀ। ਸਜਾਤੀ ਦਾ ਅਰਥ ਹੁੰਦਾ ਹੈ ਇੱਕੋ ਜਾਤ। ਹੁਣ ਪਾਣੀ ਹੈ ਨਾ ਜਿਹੜਾ, ਭਾਵੇਂ ਕੌੜਾ ਹੋਵੇ, ਭਾਵੇਂ ਮਿੱਠਾ ਹੋਵੇ, ਭਾਵੇਂ ਖਾਰਾ ਹੋਵੇ, ਭਾਵੇਂ ਲੂਣਾ ਹੋਵੇ, ਭਾਵੇਂ ਸ਼ੋਰੇ ਵਾਲਾ ਹੋਵੇ, ਭਾਵੇਂ ਕਿਵੇਂ ਮਰਜ਼ੀ ਹੋਵੇ, ਪਾਣੀ ਦੀ ਇੱਕੋ ਜਾਤ ਹੈ। ਆਪਾਂ ਉਹਨੂੰ ਪਾਣੀ ਆਖਾਂਗੇ, ਪਾਣੀ ਹੈ। ਮਿੱਠਾ ਕੌੜਾ ਇਹ ਅਸੀਂ ਉਹਦਾ ਇਹ ਗੁਣ ਹੈ। ਪਾਣੀ ਹੈ ਜਿਹੜਾ ਇਹ ਪਾਣੀ ਹੈ। ਮਿੱਠਾ ਹੋਣਾ ਕੌੜਾ ਹੋਣਾ ਇਹ ਪਾਣੀ ਦਾ ਗੁਣ ਹੈ। ਜਿਵੇਂ ਅਸੀਂ ਸਾਰੇ ਮਨੁੱਖ ਹਾਂ, ਸਾਨੂੰ ਸਾਰਿਆਂ ਨੂੰ ਕੀ ਆਖਿਆ ਜਾਂਦਾ? ਮਨੁੱਖ। ਤੇ ਹੁਣ ਉਹਦੇ ਗੁਣ ਦੇ ਅਨੁਸਾਰ ਉਹਨੂੰ ਹੈ ਨਾ, ਜਿਵੇਂ ਹੁਣ ਕੋਈ ਮਿਸਤਰੀ ਹੈ, ਅਸੀਂ ਕਹਿ ਦਿੰਦੇ ਮਿਸਤਰੀ। ਹੁਣ ਇਹ ਮਨੁੱਖ ਹੈ ਪਰ ਇਸ ਦਾ ਗੁਣ ਹੈ ਮਿਸਤਰੀ। ਇਹ ਡਾਕਟਰ ਹੈ, ਇਸ ਦਾ ਗੁਣ ਹੈ, ਇਹ ਗੁਣ ਨੇ। ਸਜਾਤੀ ਉਹ ਹੈ ਪਾਣੀ ਦੇ ਵਿੱਚ ਪਾਣੀ ਮਿਲਾ ਦਿਓ ਤੇ ਉਹ ਮਿਲ ਜਾਣਗੇ। ਮਿੱਠੇ 'ਚ ਕੌੜਾ ਮਿਲ ਜਾਏਗਾ, ਕੌੜੇ 'ਚ ਮਿੱਠਾ ਮਿਲ ਜਾਏਗਾ, ਲੂਣਾ ਖਾਰਾ, ਜਿਸ ਤਰ੍ਹਾਂ ਦਾ ਮਰਜ਼ੀ ਪਾਣੀ ਹੋਵੇ, ਇੱਕੋ ਜਾਤ ਦੇ ਹੋਣ, ਇਹ ਸਜਾਤੀ ਮੇਲ ਇਹ ਮਿਲ ਜਾਏਗਾ। ਤੇ ਦੂਜਾ ਮੇਲ ਹੈ ਜਿਹੜਾ ਉਹ ਵਿਜਾਤੀ ਹੁੰਦਾ ਹੈ। ਹੁਣ ਤੇਲ ਦਾ ਤੇ ਪਾਣੀ ਦਾ ਮੇਲ ਨਹੀਂ ਹੈਗਾ। ਤੇਲ ਤੇ ਪਾਣੀ ਹੈ ਜਿਹੜਾ ਇਹਨਾਂ ਦਾ ਮੇਲ ਨਹੀਂ ਹੈਗਾ। ਤੇਲ ਦੇ ਵਿੱਚ ਪਾਣੀ ਪਾਓਗੇ ਨਾ ਉਹਨੂੰ ਪਾਣੀ ਵਾਲੀ ਥਾਂ ਤੇ ਵਰਤਿਆ ਜਾਏਗਾ ਤੇ ਨਾ ਹੀ ਉਹਨੂੰ ਤੇਲ ਵਾਲੀ ਥਾਂ ਤੇ ਵਰਤਿਆ ਜਾਏਗਾ। ਤੇਲ ਵਾਲੀ ਥਾਂ ਤੇ ਵਰਤੋਗੇ ਤੇ ਤੁਹਾਡੀ ਮਸ਼ੀਨਰੀ ਆਖੇਗੀ ਇਹ ਤਾਂ ਪਾਣੀ ਹੈ, ਮੈਂ ਤਾਂ ਕੋਈ ਨਹੀਂ ਚੱਲਦੀ। ਪਾਣੀ ਵਾਲੀ ਥਾਂ ਤੇ ਵਰਤੋਗੇ ਤੇ ਪਿਆਸ ਆਖੇਗੀ ਮੈਂ ਨਹੀਂ ਬੁੱਝਦੀ, ਇਹ ਤਾਂ ਤੇਲ ਹੈ। ਮਿਲੇ ਗੁਰ ਸਾਚੇ। ਜਿਹੜੇ ਸੱਚੇ ਸਿੱਖ ਨੇ ਨਾ ਉਹ ਸੱਚੇ ਗੁਰੂ ਨੂੰ ਲੱਭ ਕੇ ਤੇ ਸੱਚੇ ਗੁਰੂ ਨੂੰ ਮਿਲਦੇ ਨੇ। ਜਿਨ ਰਚ ਰਾਚੇ। ਰਚ ਰਾਚੇ ਦਾ ਅਰਥ ਹੁੰਦਾ ਰਚ ਮਿਚ ਜਾਣਾ, ਇੱਕ ਮਿਕ ਹੋ ਜਾਣਾ। ਜਿਵੇਂ ਪਰਿਵਾਰ ਦੇ ਵਿੱਚ ਨਵਾਂ ਮੈਂਬਰ ਆਏ ਨਾ, ਸਾਡੀ ਨੂੰਹ ਧੀ, ਤੇ ਅਸੀਂ ਕਹਿੰਦੇ ਆ ਬੜੀ ਚੰਗੀ ਆਈ ਹੈ, ਸਾਰੇ ਪਰਿਵਾਰ ਵਿੱਚ ਰਚ ਮਿਚ ਗਈ ਹੈ। ਜਿਨ ਰਚ ਰਾਚੇ। ਜਦੋਂ ਸੁਭਾਅ ਮਿਲ ਜਾਣ, ਆਦਤਾਂ ਮਿਲ ਜਾਣ, ਗੁਣ ਮਿਲ ਜਾਣ ਤੇ ਫਿਰ ਰਚ ਮਿਚ ਜਾਈਦਾ। ਜਿਨ ਰਚ ਰਾਚੇ। ਜਦੋਂ ਸੱਚਾ ਸਿੱਖ ਸੱਚੇ ਗੁਰੂ ਨੂੰ ਆਣ ਕੇ ਮਿਲਦਾ ਤੇ ਫਿਰ ਆਪਸ ਦੇ ਵਿੱਚ ਗੁਰੂ ਤੇ ਗੁਰਸਿੱਖ ਰਚ ਮਿਚ ਜਾਂਦੇ ਜੇ। ਹੁਣ ਇੱਥੇ ਰਚਨ ਵਿਚਨ ਦਾ ਕਾਰਨ ਹੈ ਜਿਹੜਾ ਉਹ ਕੀ ਹੈ? ਕਿਰਤ ਵਿਚਾਰ ਪਤੀਨਾ। ਕਿਰਤ ਅਸੀਂ ਜੋ ਕਰਦੇ ਆ, ਵਿਚਾਰ ਨਾਲ ਹੀ ਕਰਦੇ ਆ। ਪਤੀਨਾ ਦਾ ਅਰਥ ਹੁੰਦਾ ਯਕੀਨ ਆ ਜਾਣਾ। ਹੁਣ ਨੋ ਹੋਵੇ ਪਰਿਵਾਰ ਦੇ ਵਿੱਚ, ਸਾਰੇ ਨੇ ਜਿਹੜੇ ਉਹ ਸੁਚਮ ਰੱਖਦੇ ਹੋਣ, ਸਾਰੇ ਪਰਿਵਾਰ ਦੀ ਕਿਰਤ ਕੀ ਹੈ? ਉਹਨਾਂ ਨੇ ਝੂਠ ਨਹੀਂ ਵਰਤਣੀ, ਸੁੱਚ ਰੱਖਣੀ ਹੈ। ਤੇ ਨਵੀਂ ਨੂੰਹ ਆ ਗਈ, ਉਹ ਆਂਦੀ ਲੈ ਐਵੇਂ ਪਖੰਡ ਕਰਦੇ ਨੇ, ਤੇ ਫਿਰ ਉਹ ਭਾਈ ਉਹਦੀ ਕਿਰਤ ਜਿਹੜੀ ਉਹ ਵਿਚਾਰ ਵਾਲੀ ਨਹੀਂ ਨਾ ਹੈਗੀ, ਤੇ ਫਿਰ ਉਹ ਪਰਿਵਾਰ ਦੇ ਵਿੱਚ ਰਚੇ ਵਿਚੇਗੀ ਨਹੀਂ ਨਾ। ਉਸੇ ਤਰ੍ਹਾਂ ਫਿਰ ਪਤੀਨਾ, ਉਹਨੂੰ ਯਕੀਨ ਵੀ ਨਹੀਂ ਆਏਗਾ। ਪਰਿਵਾਰ ਨੂੰ ਉਹਦੇ ਤੇ ਯਕੀਨ ਨਹੀਂ, ਉਹਨੂੰ ਪਰਿਵਾਰ ਤੇ ਯਕੀਨ ਨਹੀਂ। ਹੁਣ ਪਰਿਵਾਰ ਦੇ ਵਿੱਚ ਕਈ ਮੈਂਬਰ ਇਸ ਤਰ੍ਹਾਂ ਦੇ ਹੁੰਦੇ ਨੇ, ਅਸੀਂ ਆਪਣੀ ਮਾਇਆ ਉਹਨਾਂ ਤੋਂ ਲੁਕਾ ਕੇ ਰੱਖਦੇ ਹਾਂ। ਤੇ ਘਰ ਦੇ ਵਿੱਚ ਕਈ ਧੀਆਂ ਭੈਣਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ, ਅਸੀਂ ਲਿਆ ਕੇ ਸਾਰਾ ਕੁਝ ਉਹਨੂੰ ਫੜਾ ਦਿੰਦੇ, ਲੈ ਪੁੱਤਰ ਸੰਭਾਲ ਕੇ ਰੱਖ ਲਈ, ਮੈਨੂੰ ਜਦੋਂ ਲੋੜ ਪਈ ਤੇ ਮੈਂ ਲੈ ਲੈਣਾ ਹੈ। ਹੁਣ ਇਹਦੀ ਕਿਰਤ ਦੇ ਉੱਤੇ ਹੀ ਵਿਚਾਰ ਕਰਕੇ ਤੇ ਫਿਰ ਹੀ ਅਸੀਂ ਇਹਨੂੰ ਜ਼ਿੰਮੇਵਾਰੀ ਦਿੱਤੀ ਹੈ ਨਾ, ਐਵੇਂ ਤਾਂ ਨਹੀਂ ਨਾ ਦਿੱਤੀ। ਹੁਣ ਗੁਰੂ ਜੀ ਇਹੀ ਗੱਲ ਸਾਨੂੰ ਦੱਸਦੇ ਨੇ, ਮਿਲੇ ਗੁਰ ਸਾਚੇ। ਸੱਚੇ ਸਿੱਖ ਨੇ ਜਿਹੜੇ ਉਹ ਸੱਚੇ ਗੁਰੂ ਨੂੰ ਮਿਲੇ ਨੇ। ਜਿਨ ਰਚ ਰਾਚੇ। ਜਿਹੜੇ ਆਪਸ ਦੇ ਵਿੱਚ ਰਚ ਮਿਚ ਗਏ ਨੇ। ਹੁਣ ਰਚਨ ਵਿਚਨ ਦਾ ਕਾਰਨ ਹੈ ਜਿਹੜਾ ਉਹ ਜਦੋਂ ਅਸੀਂ ਕੁਝ ਕਰਦੇ ਹਾਂ ਉਹਨੂੰ ਵਿਚਾਰ ਦੇ ਨਾਲ ਕਰੀਏ। ਕਿਰਤ ਵਿਚਾਰ ਪਤੀਨਾ। ਪਤੀਨਾ ਦਾ ਅਰਥ ਹੁੰਦਾ ਪਤੀਜਣਾ। ਗੁਰੂ ਹੈ ਜਿਹੜਾ ਉਹ ਕਿਰਤ ਵਾਲੀ ਵਿਚਾਰ ਦੇ ਨਾਲ ਗੁਰਸਿੱਖ ਦੇ ਉੱਤੇ ਪਤੀਜਦਾ, ਐਵੇਂ ਨਹੀਂ ਪਤੀਜਦਾ। ਹੁਣ ਦੁਨੀ ਚਾਂਸੇ ਉਹਨੂੰ ਆਖਿਆ ਭਾਈ ਪ੍ਰਸ਼ਾਦੀ ਹਾਥੀ ਦੇ ਨਾਲ ਲੜਨਾ, ਤੇ ਉਹਨੇ ਕਿਲੇ ਤੋਂ ਛਾਲ ਮਾਰ ਦਿੱਤੀ ਸੀ, ਭੱਜ ਹੀ ਗਿਆ ਸੀ ਛੱਡ ਕੇ। ਉਹਦੀ ਕਿਰਤ ਇਸ ਤਰ੍ਹਾਂ ਦੀ ਸੀ। ਸੋ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਕਿਰਪਾ ਕਰ ਰਹੇ ਹਨ ਜੀ। ਏਕ ਮੈਂ ਸਰਬ ਸਰਬ ਮੈਂ ਏਕਾ, ਇਹ ਸਤਿਗੁਰ ਦੇਖ ਦਿਖਾਈ। ਹੁਣ ਗੁਰੂ ਉਹ ਹੈ ਜਿਹੜਾ ਪਹਿਲੂ ਆਪ ਉਹ ਕਰਦਾ ਹੈ ਤੇ ਫਿਰ ਗੁਰਸਿੱਖਾਂ ਨੂੰ ਕਹਿੰਦਾ ਵੀ ਤੁਸੀਂ ਵੀ ਇਵੇਂ ਕਰਨਾ ਹੈ। ਗੁਰੂ ਉਹ ਹੈ ਜਿਹਨੇ ਪਹਿਲੂ ਆਪ ਉਸ ਤਰ੍ਹਾਂ ਕੀਤਾ, ਉਹ ਕਮਾਈ ਕੀਤੀ ਹੈ, ਉਸ ਮਰਿਆਦਾ ਦੇ ਵਿੱਚ ਰਿਹਾ ਹੈ, ਤੇ ਫਿਰ ਗੁਰਸਿੱਖਾਂ ਨੂੰ ਆਖਿਆ ਵੀ ਤੁਸੀਂ ਇਸ ਤਰ੍ਹਾਂ ਕਰਨਾ ਹੈ। ਇੱਕ ਸਤਿਗੁਰ ਦੇਖ, ਪਹਿਲੂ ਸਤਿਗੁਰ ਨੇ ਦੇਖਿਆ, ਦਿਖਾਈ, ਸਾਨੂੰ ਦਿਖਾਇਆ ਹੈ ਕਿ ਏਕ ਮਹਿ ਸਰਬ। ਏਕ ਮਹਿ ਸਰਬ। ਅਸੀਂ ਸਾਰੇ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਹਾਂ। ਸਰਬ ਮੈਂ ਏਕਾ। ਸਾਡੇ ਸਾਰਿਆਂ ਦੇ ਵਿੱਚ ਰੱਬ ਵਸਿਆ ਹੋਇਆ ਹੈ। ਅਸੀਂ ਸਾਰੇ ਵੀ ਪਰਮਾਤਮਾ ਦੀ ਅੰਸ਼ ਹਾਂ, ਪਰਮਾਤਮਾ ਦੇ ਵਿੱਚ ਆ, ਤੇ ਸਾਡੇ ਸਾਰਿਆਂ ਦੇ ਵਿੱਚ ਵੀ ਪਰਮਾਤਮਾ। ਇਹ ਸਤਿਗੁਰ ਦੇਖ ਦਿਖਾਈ, ਇਸ ਅਵਸਥਾ ਨੂੰ ਪਹਿਲੂ ਮੇਰੇ ਸੱਚੇ ਸਤਿਗੁਰ ਨੇ ਪ੍ਰਾਪਤ ਕੀਤਾ ਹੈ, ਤੇ ਫਿਰ ਗੁਰੂ ਕਿਰਪਾ ਕਰਦਾ ਹੈ, ਸਾਨੂੰ ਇਹ ਉਪਦੇਸ਼ ਦਿੰਦਾ, ਸਾਨੂੰ ਵੀ ਇਹ ਵਿਖਾਉਂਦਾ ਹੈ ਜੀ।
ਜਿਨ ਕੀਏ ਖੰਡ ਮੰਡਲ ਬ੍ਰਹਮੰਡਾ ਸੋ ਪ੍ਰਭ ਲਖਨ ਨਾ ਜਾਈ। ਇਹ ਗੱਲ ਵੀ ਸਾਨੂੰ ਗੁਰੂ ਦੱਸਦਾ ਹੈ, ਜਿਸ ਅਕਾਲ ਪੁਰਖ ਵਾਹਿਗੁਰੂ ਨੇ ਖੰਡ ਮੰਡਲ, ਖੰਡ ਦਾ ਅਰਥ ਹੁੰਦਾ ਟੁਕੜੇ, ਧਰਤੀ ਦੇ ਨੇ ਨਾ 9 ਖੰਡ ਨੇ, ਤੇ ਮੰਡਲ ਜਿਹੜੀ ਚੀਜ਼ ਗੋਲ ਹੋਵੇ ਨਾ ਉਹਨੂੰ ਮੰਡਲ ਆਖਦੇ ਨੇ। ਬ੍ਰਹਮੰਡਾ ਜੋ ਪੂਰੀ ਗਲਾਈ ਵਾਲਾ ਹੈ, ਅਸੀਂ ਆਕਾਸ਼ ਜਿਹਨੂੰ ਵੇਖ ਰਹੇ ਹਾਂ ਇਹਨੂੰ ਬ੍ਰਹਮੰਡ ਆਖਿਆ ਜਾਂਦਾ ਹੈ, ਜਿੰਦੇ ਵਿੱਚ ਤਾਰੇ ਨਛੱਤਰ ਗ੍ਰਹਿ ਸਾਰੇ ਆ ਜਾਂਦੇ ਨੇ। ਜਿਨ ਕੀਏ ਖੰਡ ਮੰਡਲ ਬ੍ਰਹਮੰਡਾ, ਜਾਂ ਇਸ ਤਰ੍ਹਾਂ ਕਹਿ ਲਈਏ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਸਾਰੀ ਰਚਨਾ ਬਣਾਈ ਹੈ। ਜੋ ਕੁਝ ਵੀ ਅਸੀਂ ਇਹਨਾਂ ਅੱਖਾਂ ਨਾਲ ਵੇਖ ਰਹੇ ਹਾਂ ਜਾਂ ਵੇਖ ਸਕਦੇ ਆ, ਉਹ ਸਾਰਾ ਕੁਝ ਉਸ ਪ੍ਰਭੂ ਪਰਮਾਤਮਾ ਦਾ ਬਣਾਇਆ, ਸੂਖਮ ਤੇ ਸਥੂਲ ਸਾਰਾ ਕੁਝ ਵਾਹਿਗੁਰੂ ਦਾ ਬਣਾਇਆ ਹੈ। ਸੋ ਪ੍ਰਭ ਲਖਣ ਨਾ ਜਾਈ, ਗੁਰੂ ਜੀ ਨੇ ਇਹ ਸਿੱਖਿਆ ਦਿੱਤੀ ਹੈ, ਵੇਖੀ ਕਿਤੇ ਉਸ ਪਰਮਾਤਮਾ ਦੇ ਅੰਤ ਵਾਲੇ ਪਾਸੇ ਨਾ ਤੁਰ ਪਈ, ਫਿਰ ਨਹੀਂ ਤੈਨੂੰ ਕੁਝ ਪੱਲੇ ਪਏਗਾ। ਅਸੀਂ ਉਸ ਪਰਮਾਤਮਾ ਦੇ ਅੰਤ ਵਾਲੇ ਪਾਸੇ ਨਹੀਂ ਤੁਰਨਾ, ਉਸ ਪ੍ਰਭੂ ਪਰਮਾਤਮਾ ਦਾ ਪ੍ਰੇਮ ਪਾ ਕੇ ਉਹਦੇ ਤੋਂ ਪ੍ਰੇਮ ਦੀ ਦਾਤ ਲੈਣੀ ਹੈ। ਗੁਰੂ ਜੀ ਇਹ ਸਾਨੂੰ ਸਿਖਾ ਰਹੇ ਹਨ ਜੀ। ਦੀਪਕ ਤੇ ਦੀਪਕ ਪ੍ਰਗਾਸਿਆ, ਤ੍ਰਿਭਵਨ ਜੋਤ ਦਿਖਾਈ। ਹੁਣ ਧੰਨ ਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, ਗੁਰਸਿੱਖਾਂ ਦੇ ਵਿੱਚ ਪ੍ਰੇਮ ਇਹਨਾਂ ਜਿਹੜਾ ਉਹ ਵਧਾਉਂਦੇ ਨੇ। ਦੀਪਕ ਤੇ ਦੀਪਕ ਪ੍ਰਗਾਸਿਆ, ਦੀਵੇ ਤੋਂ ਦੀਵਾ ਜਗਾਇਆ ਜਾਂਦਾ ਹੈ। ਇੱਕ ਦੀਵਾ ਜਗਦਾ ਹੋਏ ਨਾ, ਉਹਦੇ ਤੋਂ ਕਿੰਨੇ ਦੀਵੇ ਮਰਜ਼ੀ ਜਗਾ ਲਓ। ਆ ਸਾਡੇ ਵਿਦਿਆ ਦਾਤੇ ਨੇ ਨਾ ਸੰਤ ਬਾਬਾ ਅਮਰ ਸਿੰਘ ਕੀਰਤੀ, ਇਹਨਾਂ ਦੇ ਅੰਦਰ ਦੀਵਾ ਜਗਾਇਆ ਸੀ ਸੰਤ ਬਾਬਾ ਗੁਰਬਚਨ ਸਿੰਘ ਜੀ ਨੇ। ਸੰਤ ਬਾਬਾ ਗੁਰਬਚਨ ਸਿੰਘ ਜੀ ਦੇ ਉਹ ਵਿਦਿਆਰਥੀ ਸਨ, ਤੇ ਅੱਗੋਂ ਉਹਨਾਂ ਤੋਂ ਅਸੀਂ ਵਿਦਿਆਰਥੀ ਇਹਨਾਂ ਦੇ ਬਣ ਕੇ ਤੇ ਆਪਣੇ ਅੰਦਰ ਗੁਰਬਾਣੀ ਪੜ੍ਹਨ ਦਾ, ਗੁਰਬਾਣੀ ਦੀ ਕਥਾ ਕਰਨ ਦਾ ਇਹ ਦੀਵਾ ਜਗਾ ਲਿਆ। ਆ ਕੱਲ ਦਾ ਇਤਿਹਾਸ ਚੱਲ ਰਿਹਾ ਹੈ। ਧੰਨ ਗੁਰੂ 6ਵੇਂ ਪਾਤਸ਼ਾਹ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਨਾਨਕ ਮੱਤੇ ਨੂੰ ਜਾ ਰਹੇ ਨੇ। ਰਸਤੇ ਵਿੱਚ ਇੱਕ ਅਸਥਾਨ ਆਉਂਦਾ ਪਹੋਆ। ਇਹ ਜਿਹੜਾ ਪਹੋਆ ਅਸਥਾਨ ਹੈ ਨਾ, ਇੱਥੇ ਇੱਕ ਨਾਲ ਨਿੱਕਾ ਜਿਹਾ ਪਿੰਡ ਹੈ, ਉਹਦਾ ਨਾਂ ਰਕਾ ਹੈ। ਉੱਥੇ ਇੱਕ ਪਿੰਗਲਾ ਰਹਿੰਦਾ ਸੀ। ਇਹਦੀਆਂ ਅੱਖਾਂ ਵੀ ਕੋਨੀ ਸੀ ਤੇ ਲੱਤਾਂ ਬਾਹਾਂ ਵੀ ਕੋਨੀ ਸੀ, ਇਸ ਲਈ ਇਹਨੂੰ ਪਿੰਗਲਾ ਆਖਿਆ ਜਾਂਦਾ ਸੀ। ਇਤਿਹਾਸ ਦੇ ਵਿੱਚ ਇਹਦਾ ਨਾਂ ਨਹੀਂ ਦੱਸਿਆ, ਕੇਵਲ ਇਹ ਹੀ ਆਖਿਆ ਵੀ ਇੱਥੇ ਇੱਕ ਪਿੰਗਲਾ ਰਹਿੰਦਾ ਸੀ ਤੇ ਇਹ ਬੜਾ ਦੁਖੀ ਸੀ। ਹੁਣ ਨੇਤਰ ਵੀ ਨਾ ਹੋਣ ਤੇ ਲੱਤਾਂ ਬਾਹਾਂ ਵੀ ਪਿੰਗਲੀਆਂ ਹੋਣ, ਕੰਮ ਨਾ ਕਰਦੀਆਂ ਹੋਣ, ਤੇ ਮਨੁੱਖ ਜਿਹੜਾ ਫਿਰ ਆਪਣੀ ਰੋਜੀ ਰੋਟੀ ਦੇ ਲਈ ਬੜਾ ਦੁਖੀ ਹੋ ਜਾਂਦਾ ਹੈ। ਉਹਨੂੰ ਹਰ ਇੱਕ ਚੀਜ਼ ਮੰਗ ਕੇ ਲੈਣੀ ਪੈਂਦੀ ਹੈ। ਇੱਥੇ ਇੱਕ ਗੁਰਸਿੱਖ ਰਹਿੰਦਾ ਸੀ। ਉਸ ਗੁਰਸਿੱਖ ਨੇ ਇਹਦੇ ਅੰਦਰ ਦੀਵਾ ਜਗਾ ਦਿੱਤਾ। ਕਿਵੇਂ ਦੀਵਾ ਜਗਾਇਆ? ਇਹਨੂੰ ਆਖਣ ਲੱਗਾ, ਗੁਰਮੁਖ ਪਿਆਰਿਆ ਵੇਖ, ਤੂੰ ਇਤਨਾ ਦੁਖੀ ਹੈ ਤੇ ਹਾਲ ਪਾਰਿਆ ਕਰਦਾ ਰਹਿਣਾ, ਤੂੰ ਸੱਚੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਾਮ ਜਪਿਆ ਕਰ। ਇਹ ਕਹਿੰਦਾ ਜੀ ਫਿਰ ਮੈਂ ਉੱਥੇ ਤੇ ਜਾ ਨਹੀਂ ਸਕਦਾ, ਮੇਰੀਆਂ ਲੱਤਾਂ ਬਾਹਾਂ, ਮੇਰੇ ਕੋਲ ਆਸਰਾ ਹੀ ਕੋਈ ਨਹੀਂ, ਮੈਨੂੰ ਲੈ ਕੇ ਜਾਣ ਵਾਲਾ ਵੀ ਕੋਈ ਨਹੀਂ ਤੇ ਮੈਂ ਵੀ ਨਹੀਂ ਜਾ ਸਕਦਾ। ਇਹਨੂੰ ਫਿਰ ਗੁਰਸਿੱਖ ਨੇ ਅੱਗੇ ਹੋਰ ਦੀਵਾ ਜਗਾ ਦਿੱਤਾ, ਹੋਰ ਗਿਆਨ ਦੇ ਦਿੱਤਾ ਵੀ ਤੂੰ ਇਸ ਤਰ੍ਹਾਂ ਕਰ, ਤੂੰ ਸੱਚੇ ਸਤਿਗੁਰੂ ਨੂੰ ਯਾਦ ਕਰ, ਗੁਰੂ ਮਹਾਰਾਜ ਜੀ ਆਪ ਆਉਣਗੇ ਤੇਰੇ ਕੋਲੇ ਤੇਰਾ ਦੁੱਖ ਕੱਟਣ ਦੇ ਲਈ। ਇਹ ਭਾਈ ਸਾਲ 2 ਸਾਲ ਨਾ ਗੁਰੂ ਮਹਾਰਾਜ ਜੀ ਦੀ ਬੰਦਗੀ ਕਰਦਾ ਰਿਹਾ ਤੇ ਇੱਕ ਦਿਨ ਧੰਨ ਗੁਰੂ ਮਹਾਰਾਜ ਜੀ ਜਦੋਂ ਉੱਥੇ ਪਹੁੰਚੇ, ਉੱਥੇ ਜਾ ਕੇ ਗੁਰੂ ਮਹਾਰਾਜ ਜੀ ਨੇ ਟਿਕਾਣਾ ਕੀਤਾ ਤੇ ਇਹ ਪਿੰਗਲਾ ਸੀ, ਇਹਨੂੰ ਚਾਅ ਚੜ ਗਿਆ। ਇਹ ਫਿਰ ਗੁਰੂ ਮਹਾਰਾਜ ਜੀ ਦੇ ਪਾਸ ਆਇਆ। ਸੱਚੇ ਸਤਿਗੁਰ ਦੇ ਚਰਨਾਂ ਦਾ ਜੋੜਾ ਸੀ ਜਿਹੜਾ, ਉਹ ਇਹਨੇ ਆਪਣੇ ਪਿੰਡੇ ਤੇ ਰਗੜਿਆ ਤੇ ਜਦੋਂ ਨੇਤਰਾਂ ਦੇ ਵਿੱਚ ਰੇਤਾ ਪਈ ਨਾ, ਗੁਰੂ ਦੇ ਚਰਨਾਂ ਦੀ ਮਿੱਟੀ ਰਖਾਕ ਰੇਣ ਪਈ ਤੇ ਇਹਦੀਆਂ ਅੱਖਾਂ ਇਸ ਤਰ੍ਹਾਂ ਹੋ ਗਈਆਂ ਜਿਵੇਂ ਜਨਮ ਤੋਂ ਬੰਦੇ ਦੀਆਂ ਸਜਾਖੀਆਂ ਹੁੰਦੀਆਂ ਨੇ। ਸੋਹਣੇ ਨੇਤਰ ਹੋ ਗਏ। ਇਹ ਕੱਲ ਵਾਲੇ ਇਤਿਹਾਸ, ਜਦੋਂ ਆਪਾਂ ਇਤਿਹਾਸ ਦੀ ਸ਼ਾਮ ਨੂੰ ਕਥਾ ਕਰਦੇ ਆ ਨਾ, ਕੱਲ ਵਾਲਾ ਸ਼ਾਮ ਦਾ ਇਤਿਹਾਸ, ਉਹਦੇ 'ਚ ਪ੍ਰਸੰਗ ਆਇਆ ਸੀ। ਤਾਂ ਹੁਣ ਇਹ ਦੀਵਾ ਇਹਦੇ ਅੰਦਰ ਜਗਿਆ ਕਿਵੇਂ ਹੈ? ਇੱਕ ਗੁਰਸਿੱਖ ਨੇ ਇਹਨੂੰ ਮੱਤ ਦਿੱਤੀ ਹੈ ਵੀ ਗੁਰੂ ਮਹਾਰਾਜ ਜੀ ਨੂੰ ਯਾਦ ਕਰ, ਤੇਰਾ ਦੁੱਖ ਉਹ ਕੱਟ ਸਕਦਾ, ਹੋਰ ਨਹੀਂ ਕੋਈ ਕੱਟ ਸਕਦਾ। ਇਹਦੇ ਅੰਦਰ ਦੀਵਾ ਜਗ ਗਿਆ, ਇਹ ਗੁਰੂ ਜੀ ਨੂੰ ਯਾਦ ਕਰਨ ਲੱਗ ਗਿਆ। ਫਿਰ ਗੁਰੂ ਮਹਾਰਾਜ ਜੀ ਨੇ ਵੇਖੋ ਇਹਦੇ ਤੇ ਹੋਰ ਵੀ ਕਿਰਪਾ ਕਰ ਦਿੱਤੀ ਸੀ। ਸੱਚੇ ਸਤਿਗੁਰ ਨੇ ਆਖਿਆ ਤੂੰ ਐ ਕਰ, ਇਸ ਅਸਥਾਨ ਤੇ ਨਾ ਭਾਈ ਗੁਰੂ ਸਵਾਰਿਆ ਝਾੜੂ ਲਾਇਆ ਕਰ, ਤੇਰੀ ਉਪਜੀਵਕਾ ਇੱਥੋਂ ਚੱਲ ਜੇਗੀ। ਤੇ ਇੱਕ ਕੰਮ ਰੱਖੀ, ਜਿਹੜੀ ਮਾਇਆ ਹੋਏਗੀ ਨਾ ਜਿੰਨੀ ਕੁ ਤੇਰੇ ਤੋਂ ਵਰਤੀ ਹੈ ਠੀਕ ਹੈ, ਬਾਕੀ ਤੂੰ ਸੰਗਤ ਨੂੰ ਲੰਗਰ ਛਕਾਇਆ ਕਰੀ। ਆਉਂਦੇ ਜਾਂਦੇ ਗੁਰਸਿੱਖ ਇਹਨੇ ਲੰਗਰ ਛਕਾਣਾ ਸ਼ੁਰੂ ਕਰ ਦਿੱਤਾ ਸੀ। ਵੇਖੋ ਕਿੱਡੀ ਵੱਡੀ ਦਾਤ। ਇਹ ਜਿਵੇਂ ਜਿਵੇਂ ਸੇਵਾ ਕਰਦਾ ਸੀ 2-3 ਸਾਲਾਂ ਦੇ ਵਿੱਚ ਇਹ ਬਿਲਕੁਲ ਨਵਾਂ ਨਰਵਾ ਹੋ ਗਿਆ, ਜਿਵੇਂ ਆਪਾਂ ਵਾਂ ਇਸ ਤਰ੍ਹਾਂ ਦਾ ਸਰੀਰ ਹੋ ਗਿਆ। ਇਹ ਹੁਣ ਦੀਵੇ ਤੋਂ ਦੀਵਾ ਜਗਿਆ ਹੈ। ਦੀਪਕ ਤੇ ਦੀਪਕ ਪ੍ਰਗਾਸਿਆ, ਇੱਕ ਦੀਵੇ ਤੋਂ ਦੂਜਾ ਦੀਵਾ ਜਿਹੜਾ ਹੈ ਉਹ ਜਗ ਜਾਂਦਾ। ਭਾਵ ਇੱਕ ਗੁਰਸਿੱਖ ਤੋਂ
ਦੂਜਾ ਗੁਰਸਿੱਖ ਜਿਹੜਾ ਉਹਦੇ ਅੰਦਰ ਵੀ ਗੁਰੂ ਦੀ ਰਹਿਮਤ ਹੁੰਦੀ। ਹੁਣ ਇੱਕ ਗੁਰਸਿੱਖ ਪੜ੍ਹਿਆ ਹੋਵੇ ਤੇ ਉਹ ਦੂਜੇ ਨੂੰ ਸੰਥਿਆ ਕਰਾ ਦਿੰਦਾ ਹੈ। ਇਹੀ ਗੱਲ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਸਾਨੂੰ ਦੱਸਦੇ ਨੇ, ਦੀਪਕ ਤੇ ਦੀਪਕ ਪ੍ਰਗਾਸਿਆ ਤੇਰੇ ਭਵਨ ਜੋਤ ਦਿਖਾਈ। ਇਹ ਹੁਣ ਜਿਹੜਾ ਦੀਵਾ ਅੰਦਰ ਜਾਗਿਆ ਇਹਦੇ ਨਾਲ ਕੀ ਹੋ ਗਿਆ? ਕਿੰਨਾ ਲੋਕਾਂ ਦਾ ਗਿਆਨ ਹੋ ਗਿਆ। ਹੁਣ ਪ੍ਰਲੋਕ ਦਾ ਅੱਗੇ ਪਤਾ ਲੱਗਣ ਲੱਗ ਗਿਆ। ਜਿਹੜੀ ਦੁਨੀਆ ਨੂੰ, ਜਿਹਨੂੰ ਅਣਡਿੱਠੀ ਦੁਨੀਆ ਆਖਿਆ ਵੀ ਨਹੀਂ ਵੇਖੀ ਜਾ ਸਕਦੀ, ਇਹਨਾਂ ਅੱਖਾਂ ਦੇ ਨਾਲ, ਇਹਨਾਂ ਕੰਨਾਂ ਦੇ ਨਾਲ, ਇਸ ਬੁੱਧੀ ਦੇ ਨਾਲ ਜਿਹਨੂੰ ਨਹੀਂ ਸਮਝਿਆ ਜਾਂਦਾ, ਤ੍ਰਿਭੁਵਨ ਜੋਤ ਦਿਖਾਈ। ਅੰਦਰ ਉਹ ਜੋਤ ਜਾਗੀ ਹੈ ਜਿੰਦੇ ਨਾਲ ਉਹਨੂੰ ਤਿੰਨਾਂ ਲੋਕਾਂ ਦਾ ਗਿਆਨ ਹੋ ਗਿਆ ਹੈ ਜੀ। ਹੁਣ ਜਦੋਂ ਕਿਸੇ ਗੁਰਸਿੱਖ ਤੇ ਇਸ ਤਰ੍ਹਾਂ ਕਿਰਪਾ ਹੋ ਜਾਂਦੀ ਏ ਤੇ ਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, ਰਹਿਮਤ ਕਰਦੇ ਨੇ, ਫਿਰ ਉਹਨੂੰ ਵੱਡੀਆਂ ਵਡਿਆਈਆਂ ਦਿੰਦੇ ਨੇ। ਸੱਚੇ ਤਖਤ ਸੱਚ ਮਹਿਲੀ ਬੈਠੇ, ਮੇਰਾ ਗੁਰੂ ਹੈ ਜਿਹੜਾ ਇਹ ਸੱਚੇ ਤਖਤ ਤੇ ਬੈਠਾ ਹੋਇਆ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਸੁਭਾਇਮਾਨ ਨੇ ਸੱਚੇ ਤਖਤ ਤੇ ਸੱਚ ਮਹਿਲੀ। ਇਹ ਮਹਿਲ ਹੈ ਜਿਹੜਾ ਇਹ ਵੀ ਸੱਚ ਦਾ ਹੈ। ਜਿੱਥੇ ਆਪਾਂ ਦਰਬਾਰ ਸਾਹਿਬ ਦੇ ਅੰਦਰ ਬੈਠੇ ਆ, ਇਹ ਮੇਰੇ ਗੁਰੂ ਦਾ ਮਹਿਲ ਹੈ, ਇਹ ਸੱਚ ਦਾ ਮਹਿਲ ਹੈ। ਤੇ ਗੁਰੂ ਮਹਾਰਾਜ ਜੀ ਸੱਚੇ ਤਖਤ ਦੇ ਉੱਤੇ ਸੁਭਾਇਮਾਨ ਨੇ। ਨਿਰਭਉ ਤਾੜੀ ਲਾਈ, ਇੱਥੇ ਡਰ ਕੋਈ ਨਹੀਂ। ਨਿਰਭਉ ਦਾ ਅਰਥ ਹੁੰਦਾ ਡਰ ਕੋਈ ਨਹੀਂ। ਇਹਨੂੰ ਨਾ ਨਰਭਉ ਨਹੀਂ ਬੋਲਣਾ, ਨੰਨੇ ਨੂੰ ਸਿਹਾਰੀ ਹੁੰਦੀ ਹੈ, ਨਿਰਭਉ ਬੋਲਣਾ ਹੈ। ਮੂਲ ਮੰਤਰ ਦੇ ਵਿੱਚ ਵੀ ਆਉਂਦਾ ਨਿਰਭਉ ਨਿਰਵੈਰ। ਨਿਰ ਦਾ ਅਰਥ ਹੁੰਦਾ ਨਹੀਂ ਹੈਗਾ, ਨਿਰਭਉ ਜਿੰਦੇ ਵਿੱਚ ਭੈ ਨਹੀਂ ਹੈਗਾ, ਨਿਰਵੈਰ ਜਿੰਦੇ ਵਿੱਚ ਵੈਰ ਨਹੀਂ ਹੈਗਾ। ਜੇ ਆਪਾਂ ਨਰਭਉ ਆਖਾਂਗੇ, ਨਰ ਦਾ ਅਰਥ ਹੁੰਦਾ ਮਨੁੱਖ, ਨਰਭਉ ਫਿਰ ਡਰ ਵਾਲਾ ਬੰਦਾ। ਨਿਰਭਉ ਤਾੜੀ ਲਾਈ, ਮੇਰਾ ਗੁਰੂ ਇਹ ਸੱਚੇ ਤਖਤ ਤੇ ਬੈਠਾ ਹੈ, ਸੱਚੇ ਮਹਿਲ ਦੇ ਵਿੱਚ ਸੱਚਾ ਤਖਤ ਹੈ ਤੇ ਇੱਥੇ ਡਰ ਕੋਈ ਨਹੀਂ। ਤਾੜੀ ਲਾਈ ਉਸ ਪ੍ਰਭੂ ਪਰਮਾਤਮਾ ਦੇ ਵਿੱਚ, ਮੇਰੇ ਸੱਚੇ ਸਤਿਗੁਰ ਦੀ ਤਾੜੀ ਲੱਗੀ ਰਹਿੰਦੀ ਹੈ। ਤਾੜੀ ਦਾ ਅਰਥ ਹੁੰਦਾ ਸਮਾਧੀ ਦੇ ਵਿੱਚ ਲੀਨ ਹੋ ਜਾਣਾ, ਉਸ ਪਰਮਾਤਮਾ ਦੇ ਨਾਮ ਦੀ ਸਮਾਧੀ ਵਿੱਚ ਲੀਨ ਰਹਿੰਦੇ ਹਨ ਜੀ। ਹੋਏ ਗਿਆ ਬੈਰਾਗੀ ਜੋਗੀ ਘਟ ਘਟ ਕਿੰਗਰੀ ਬਾਈ। ਜਦੋਂ ਸੱਚੇ ਤਖਤ ਤੇ ਸੱਚੇ ਮਹਿਲ ਦੇ ਵਿੱਚ ਗੁਰੂ ਮਹਾਰਾਜ ਜੀ ਇਸ ਅਵਸਥਾ ਦੇ ਵਿੱਚ ਸੁਭਾਇਮਾਨ ਹੁੰਦੇ ਨੇ, ਗੁਰਸਿੱਖ ਜਦੋਂ ਆਣ ਕੇ ਗੁਰੂ ਜੀ ਦੇ ਦਰਸ਼ਨ ਕਰਦਾ ਹੈ, ਗੁਰੂ ਜੀ ਦਾ ਫਰਮਾਨ ਪੜ੍ਹਦਾ ਹੈ, ਗੁਰੂ ਜੀ ਦੀ ਬਾਣੀ ਪੜ੍ਹਦਾ ਹੈ, ਮੋਹੇ ਗਿਆ, ਉਹਦੇ ਅੰਦਰੋਂ ਮੋਹ ਦਾ ਨਾਸ ਹੋ ਜਾਂਦਾ ਜੇ। ਬੈਰਾਗੀ ਉਸ ਸੰਸਾਰ ਦੇ ਸਾਰੇ ਸੁੱਖਾਂ ਦੁੱਖਾਂ ਤੋਂ ਵਿਰਾਗ ਲੈ ਲੈਂਦਾ ਹੈ। ਜੋਗੀ ਪ੍ਰਭੂ ਪਰਮਾਤਮਾ ਦੇ ਵਿੱਚ ਜੁੜ ਜਾਂਦਾ ਹੈ। ਘਟ ਘਟ ਕਿੰਗਰੀ ਵਾਈ, ਫਿਰ ਹਰ ਇੱਕ ਆਵਾਜ਼ ਦੇ ਵਿੱਚ ਉਹਨੂੰ ਪ੍ਰਭੂ ਪਰਮਾਤਮਾ ਦੇ ਨਾਮ ਦੀ ਆਵਾਜ਼ ਜਿਹੜੀ ਇਹ ਸੁਣਾਈ ਦਿੰਦੀ ਏ। ਧੰਨ ਗੁਰੂ ਨਾਨਕ ਦੇਵ ਜੀ ਦਾ ਫਰਮਾਨ ਹੈ, 12 ਤੇ ਵਧੇਕ ਦੀ ਬਾਣੀ ਦੇ ਵਿੱਚ ਆਉਂਦਾ ਹੈ। ਇਸ ਅਵਸਥਾ ਦਾ ਉੱਥੇ ਜ਼ਿਕਰ ਕਰਦੇ ਹੋਏ ਗੁਰੂ ਨਾਨਕ ਦੇਵ ਜੀ ਰਹਿਮਤ ਕਰਦੇ ਨੇ, ਹਰ ਹਟ ਵੀ ਤੂੰ ਕਰੇ। ਆਪਣੇ ਕੋਲ ਖੂਹ ਨੇ ਨਾ, ਖੂਹਾਂ ਤੇ ਤੁਸੀਂ ਵੇਖੋਗੇ ਇੱਕ ਨਾ ਕੁੱਤਾ ਜਿਹਾ ਬਣਿਆ ਹੁੰਦਾ, ਉਹ ਗਰਾਰੀ ਦੇ ਉੱਤੇ ਨਾ ਟਿਕ ਟਿਕ ਕਰਦਾ ਰਹਿੰਦਾ ਹੈ। ਜਦੋਂ ਗਿਰਦੀ ਹੈ ਨਾ, ਇੱਕ ਚਾਰੇ ਪਾਸੇ ਬਲਦ ਘੁਮਾਉਂਦੇ ਨੇ ਉਹਨੂੰ ਤੇ ਇੱਕ ਟਿਕ ਟਿਕ ਕਰਦਾ ਰਹਿੰਦਾ, ਉਹਨੂੰ ਕੁੱਤਾ ਕਹਿੰਦੇ ਨੇ। ਉਹ ਟਿਕ ਟਿਕ ਇਸ ਲਈ ਕਰਦਾ ਹੈ ਕਿ ਕੁਦਰਤੀ ਰੱਸਾ ਟੁੱਟ ਜੇ ਜਾਂ ਲੱਕੜ ਟੁੱਟ ਜੇ, ਬਲਦਾਂ ਦੀ ਪੰਜਾਲੀ ਟੁੱਟਦੇ, ਜਿਹੜਾ ਮਗਰ ਤੋਰ ਰਿਹਾ ਨਾ ਉਹ ਗਾਦੀ ਜਾ ਕੇ ਉਹਦੀਆਂ ਲੱਤਾਂ ਤੇ ਨਾ ਵੱਜੇ। ਉਹ ਫਿਰ ਲੋ ਕੇ ਨਾ ਜਿਹੜਾ ਉਹ ਗਰਾਰੀ 'ਚ ਅੜ ਜਾਂਦਾ, ਉਹਨੂੰ ਪੁੱਠੀ ਨਹੀਂ ਮੁੜਨ ਦਿੰਦਾ। ਗੁਰੂ ਮਹਾਰਾਜ ਜੀ ਜਦੋਂ ਕਿਤੇ ਗੁਜਰੇ ਕਿਸੇ ਖੂਹ ਦੇ ਕੋਲੋਂ ਤੇ ਇਸ਼ਨਾਨ ਉੱਥੇ ਕਰਨ ਵਾਸਤੇ ਜੋ ਪਾਣੀ ਦੀ ਲੋੜ ਸੀ ਤੇ ਚੱਲ ਰਿਹਾ ਸੀ, ਉਹ ਹਰ ਹੜ ਚੱਲ ਰਹੀ ਸੀ ਤੇ ਗੁਰੂ ਜੀ ਨੇ ਉੱਥੇ ਫਿਰ ਸ਼ਬਦ ਉਚਾਰਨ ਕੀਤਾ, ਹਰ ਹਟ ਵੀ ਤੂੰ ਕਰੇ। ਹੁਣ ਉੱਥੇ ਟਿਕ ਟਿਕ ਦੀ ਆਵਾਜ਼ ਨਹੀਂ ਆਉਂਦੀ, ਉਹ ਟਿਕ ਟਿਕ ਕੀ ਬਣ ਗਈ ਹੈ? ਤੂੰ, ਉਸ ਪਰਮਾਤਮਾ ਦਾ ਨਾਮ। ਘਟ ਘਟ ਕੁੰਗਰੀ ਵਾਈ, ਇਸ ਤਰ੍ਹਾਂ ਭਾਈ ਹਰ ਇੱਕ ਆਵਾਜ਼ ਦੇ ਵਿੱਚੋਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸੁਣਾਈ ਦਿੰਦਾ ਹੈ ਜੀ। ਨਾਨਕ ਸਰਣ ਪ੍ਰਭੂ ਕੀ ਛੁਟੈ, ਸਤਿਗੁਰ ਸੱਚ ਦਿਖਾਈ। ਸੱਚੇ ਸਤਿਗੁਰ ਨੇ ਸੱਚ ਸਿਖਾਈ, ਸਤਿਗੁਰ ਸੱਚ ਸਿਖਾਈ। ਮੇਰੇ ਸੱਚੇ ਸਤਿਗੁਰ ਨੇ ਸਾਨੂੰ ਇਹ ਸੱਚੀ ਸਿੱਖਿਆ ਦਿੱਤੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸਿੱਖਿਆ ਦੇ ਰਹੇ ਨੇ। ਅੱਜ ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੜੀ ਅਪਾਰ ਰਹਿਮਤ ਕਿਰਪਾ ਹੋ ਗਈ। ਸਾਡੇ ਵਿਦਿਆ ਦਾ ਤੇ ਆਖਿਆ ਕਰਦੇ ਸਨ, ਜੇ ਗੁਰੂ ਨਾਨਕ ਦੇਵ ਜੀ ਦੇ ਨਰਗੁਣ ਵਾਹਿਗੁਰੂ ਜੀ, ਜੇ ਧੰਨ ਗੁਰੂ ਨਾਨਕ ਦੇਵ ਜੀ ਦੇ ਨਿਰਗੁਣ ਸਰੂਪ ਦੇ ਦਰਸ਼ਨ ਕਰਨੇ ਨੇ ਤੇ ਫਿਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ, ਤੇ ਜੇ ਸਰਗੁਣ ਦੇ ਸਰੂਪ ਦੇ ਦਰਸ਼ਨ ਕਰਨੇ ਨੇ ਤੇ ਫਿਰ ਸੰਗਤ। ਜਿੱਥੇ ਸੰਗਤ ਤੇ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੋਵੇ, ਇੱਥੇ ਆਪ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰ ਦੇ ਦਰਸ਼ਨ ਹੁੰਦੇ ਨੇ। ਨਾਨਕ ਸਰਨ ਪ੍ਰਭੂ ਕੀ ਛੂਟੇ। ਹੁਣ ਧੰਨ ਗੁਰੂ ਨਾਨਕ ਦੇਵ ਜੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਦੱਸ ਕੀ ਰਹੇ ਨੇ,
ਅਸੀਂ ਛੁੱਟਾਂਗੇ ਤਾਂ ਜੇ ਗੁਰੂ ਦੀ ਸ਼ਰਨ ਵਿੱਚ ਆਵਾਂਗੇ, ਕਿਉਂਕਿ ਇਹ ਸਾਰੀਆਂ ਵਡਿਆਈਆਂ ਗੁਰੂ ਦੀਆਂ ਨੇ ਜੋ ਇਸ ਪਾਵਨ ਸ਼ਬਦ ਦੇ ਅੰਦਰ ਆਪਾਂ ਨੇ ਧਾਰਨ ਕਰਨੀਆਂ ਨੇ। ਸਤਿਗੁਰ ਸੱਚ ਸਿਖਾਈ, ਇਹ ਸੱਚੀ ਸਿੱਖਿਆ ਏ ਤੇ ਇਹ ਮੇਰੇ ਸੱਚੇ ਸਤਿਗੁਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਸਾਨੂੰ ਦੇਣੀ ਕੀਤੀ ਏ। ਇਤਨੀ ਕੁ ਸੇਵਾ ਸੰਗਤ ਨੇ ਪ੍ਰਵਾਨ ਕਰਨੀ, ਸੱਚੇ ਸਤਿਗੁਰ ਕਿਰਪਾ ਕਰਨ, ਰਹਿਮਤ ਕਰਨ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਅੱਜ ਜੋ ਸਾਡੇ ਤੇ ਕਿਰਪਾ ਕਰਕੇ ਸਾਨੂੰ ਗਿਆਨ ਦੀ ਦਾਤ ਬਖਸ਼ਿਸ਼ ਕੀਤੀ ਏ, ਅਸੀਂ ਇਸ ਗਿਆਨ ਦੀ ਦਾਤ ਦੇ ਧਾਰਨੀ ਹੋਈਏ। ਇਹ ਪਾਵਨ ਸ਼ਬਦ 907 ਅੰਗ ਤੇ ਸੁਭਾਇਮਾਨ ਹੈ। ਕਈ ਵਾਰੀ ਮਨ ਬਣ ਜਾਂਦਾ ਹੈ ਦੁਬਾਰਾ ਫੇਰ ਪੜ੍ਹ ਕੇ ਤੇ ਸਮਝਣ ਦਾ, ਕਿਉਂਕਿ ਆਪ ਦੇ ਘਰੇ ਪੋਥੀਆਂ ਨੇ, ਆਪ ਸਹਿਜ ਧਾਰੀਓ, ਵਾਹਿਗੁਰੂ ਜੀ ਸਹਿਜ ਪਾਠੀਓ ਤੇ ਗੁਰੂ ਮਹਾਰਾਜ ਜੀ ਦੀ ਬਾਣੀ ਦੇ ਨਾਲ ਜੁੜਨ ਵਾਲਿਓ। 907 ਅੰਗ ਤੇ ਪਾਵਨ ਸ਼ਬਦ ਦੇ ਰਾਮਕਲੀ ਦੱਖਣੀ ਇਸ ਪਾਵਨ ਸ਼ਬਦ ਦਾ ਸਿਰ ਲੇਖ ਹੈ। ਦੇਹੋ ਸੱਜਣ ਆਸੀਸੜੀਆਂ ਜੋ ਹੋਏ ਸਹਿਬ ਸਿਉ ਮੇਲ। ਹੋਏ ਗਿਆ ਬੈਰਾਗ